ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN टोरंटो। आखिर तुम्हें आना है, जरा देर लगेगी। क्या बात है, क्या बात है, क्या खूबसूरत गाना। ते ਇਹ ਟੁਕਦਾ ਵੀ ਹੈ ਵੀ ਟੂਡੋ ਸਾਹਿਬ ਨੇ ਜਿਹੜੇ ਸਾਡੇ ਵਰਗੇ ਪ੍ਰੇਮੀ ਆਸ਼ਕਾਂ ਨੂੰ ਥੋੜਾ ਜਿਹਾ ਹੁਣ ਥੋੜਾ ਡਿਲੇ ਕਰਤਾ ਟਾਈਮ ਦੇ ਵਿੱਚ। ਭਾਵ ਪੰਜਾਬ ਦੇ ਵਿੱਚ ਹੀ ਸੁਣਿਆ ਹੋਵੇਗਾ ਕਿ ਮਿਸਿਸ ਨੇ ਆਉਣਾ ਸੀ ਬਟ ਫਲਾਈਟ ਮਿਸ ਹੀ ਹੋ ਗਈ। ਜੌਲ ਸਾਹਿਬ वेलकम वेलकम वेलकम। की हाल चाल जॉल साहब? थैंक यू सो मच। वैसे ना कोई गल नहीं, आने वाले आके ही रहते हैं। थोड़ी देर लगेगी, थोड़ी देर लगी वो तो चलो देर फिर तो हो जाती कोई नहीं, पर हुण तय आ कि आना ही आना। हाँ। जरूर आना। तो ये रुकावट है, जीवन का स्ट्रगल है। इस स्ट्रगल चो इस वेले चलो लंघ रही है सारी फैमिली, असीं तुहाडे नाल है। पर गुरु महाराज जी बहुत जल्दी अच्छा समा ले आउणगे, अच्छे दिन आउणगे तुहाडे। बिल्कुल जी, अच्छे दिन आएंगे और मोदी जी को भी कह दो जॉल साहब कि अच्छे दिन लेके आए। अच्छे दिन आउणगे, हाँ जी, अच्छे दिन भी आउणगे और मन की बातें भी करोगे। वे एक तीर दे नाल दो निशान है जॉल साहब। ऑलराइट जॉल साहब, पहला तो अज दा जो टॉपिक है जो तुसी लेके आए हो काफी इंटरेस्टिंग है एंड थोड़ी ओदी जानकारी साडे दर्शकां नूं ते श्रोतिਆਂ ਨੂੰ ਦਿਓ ਕਿ ਅੱਜ ਕਿਹੜੇ ਆਪਾਂ ਟੌਪਿਕ ਅੱਜ ਲੈ ਕੇ ਆਏ ਆ ਜੀ। अर्श इसे तरह ही है जी भी देखो, ये पिछले दिनों तो काफी एक ते चर्चा दे विच है कि जिहड़ा ये 90,000 लोगों नूं पक्के करन दा जिहड़ा गवर्नमेंट ने अनाउंसमेंट कीती है जी, ਉਹਦਾ ਜਿਹੜਾ ਮੇਜਰ ਪਾਰਟ ਤੇ ਇਹ ਸੀਗਾ ਵੀ ਜਿਹੜੀ ਆਪਣੀ ਸਟਰਗਲ ਸੀ ਪਿਛਲੇ 4 ਸਾਲਾਂ ਦੀ ਕਿ LMIA ਤੋਂ ਬਿਨਾਂ ਲੋਕਾਂ ਨੂੰ ਮੌਕਾ ਮਿਲਣਾ ਚਾਹੀਦਾ ਤਾਂ ਕਿ ਜਿਹੜਾ ਕਰਪਸ਼ਨ ਹੈ ਇਹਨੂੰ ਐਂਡ ਕਰਨ ਵਾਲੇ ਪਾਸੇ ਨੂੰ ਤੁਰਿਆ ਜਾ ਸਕੇ ਜੀ। ਇੱਕ ਤੇ ਉਹਦੇ ਵਿੱਚ ਇਹ ਬਹੁਤ ਇੰਪੋਰਟੈਂਟ ਫੈਕਟਰ ਹੈ ਵੀ ਕਿਸੇ LMIA ਦੀ ਲੋੜ ਨਹੀਂ ਆ। ਤੇ ਦੂਸਰਾ ਇਹ ਹੈ ਜੀ ਫਿਰ ਸਾਨੂੰ ਇਦਾਂ ਦੇ ਇੰਡੀਕੇਸ਼ਨ ਮਿਲਣੇ ਸ਼ੁਰੂ ਹੋ ਗਏ ਸੀਗੇ ਵੀ ਜੇ ਹੁਣ LMIA ਦੀ ਲੋੜ ਨਹੀਂ ਤੇ ਉਹਦੇ ਵਿੱਚ ਕਿਉਂਕਿ ਇੰਪਲੋਇਮੈਂਟ ਦਾ ਐਕਸਪੀਰੀਅੰਸ ਪ੍ਰੂਵ ਕਰਨਾ ਪੈਣਾ ਵੀ ਰਿਕੁਆਇਰਮੈਂਟ ਹੈ ਤੇ ਉਹ ਹੁਣ ਹੋ ਸਕਦਾ ਕਈ ਜਿਹੜੇ ਮਤਲਬ ਸ਼ੱਕੀ ਜਾਂ ਬੇਈਮਾਨ ਇੰਪਲੋਇਰ ਆ ਵੀ ਜਾਣੀ ਲਾਲਚੀ ਵੀ ਉਹ ਹੁਣ ਇੰਪਲੋਇਮੈਂਟ ਲੈਟਰ ਦੇਣ ਦੇ ਹੀ ਪੈਸੇ ਮੰਗਣ ਲੱਗ ਜਾਣ, ਹਨਾ ਜੀ। ਤੋ ਇਸ ਤਰ੍ਹਾਂ ਦੇ ਇੰਡੀਕੇਸ਼ਨ ਸਾਨੂੰ ਮਿਲਣੇ ਸ਼ੁਰੂ ਹੋ ਗਏ। ਇੱਕ ਤੇ ਇਹ ਫਿਰ ਆਪਾਂ ਐਡਰੈਸ ਕਰਨਾ ਸੀਗਾ ਇਸ਼ੂ, ਤੇ ਦੂਸਰਾ ਇਹ ਸੀਗਾ ਜੀ ਵੀ ਜਿਹੜਾ ਇਹ 90,000 ਲੋਕਾਂ ਨੂੰ ਪੱਕੇ ਕਰਨ ਦੇ ਵਿੱਚ ਸਟੂਡੈਂਟਸ ਦਾ ਬਹੁਤ ਵੱਡਾ ਚੰਕ ਹੈ ਜਿਹੜੇ ਇੱਥੇ ਕੈਨੇਡਾ 'ਚ ਆਲਰੇਡੀ ਆਪਣੀ ਅਰਸ਼ ਸਟੱਡੀ ਪੂਰੀ ਕਰ ਚੁੱਕੇ ਆ, ਉਹਨਾਂ ਨੂੰ ਓਪਰਚੁਨਿਟੀ ਮਿਲ ਰਹੀ ਆ। ਪਰ ਉਹਦੇ ਨਾਲ ਫਿਰ ਜਿਹੜੀ ਇੱਕ ਗੱਲ ਰਿਕੁਆਇਰਮੈਂਟ ਜੋੜੀ ਗਈ ਆ ਉਹ ਇਹ ਆ ਵੀ ਉਹਨਾਂ ਦਾ ਜਿਹੜਾ ਲੈਂਗੁਏਜ ਕੰਪੀਟੈਂਸੀ ਦਾ ਟੈਸਟ ਆ ਨਾ ਉਹ ਨਵਾਂ ਹੋਣਾ ਚਾਹੀਦਾ। ਕਹਿਣ ਦਾ ਮਤਲਬ ਵੀ 2 ਸਾਲ ਤੋਂ ਪੁਰਾਣਾ ਨਹੀਂ ਹੋਣਾ ਚਾਹੀਦਾ ਤੇ ਉਹਦੇ ਵਿੱਚ ਐਟਲੀਸਟ ਯਾਨੀ 5 ਬੈਂਡ ਲਏ ਹੋਣੇ ਚਾਹੀਦੇ ਆ। ਹੁਣ ਜਿਹੜੇ ਸਟੂਡੈਂਟ ਆਲਰੇਡੀ ਕੈਨੇਡਾ ਦੇ ਵਿੱਚ ਗ੍ਰੈਜੂਏਟ ਹੋਏ ਆ, ਡਿਗਰੀ ਡਿਪਲੋਮੇ ਇੱਥੋਂ ਪਾਸ ਕੀਤੇ ਆ, ਤੇ ਲੱਗਦਾ ਨੀਗਾ ਵੀ 0.5% ਵੀ ਹੋਣਗੇ ਜਿਨ੍ਹਾਂ ਦੇ 5 ਬੈਂਡ ਜਾਣੀ ਲੈ ਕੇ ਉਹ ਕੈਨੇਡਾ ਆਏ ਹੋਣਗੇ। ਅੱਜ ਕੱਲ ਮਤਲਬ 6.5 ਤੋਂ ਥੱਲੇ ਤੇ ਉਹ ਵੀਜ਼ਾ ਹੀ ਨਹੀਂ ਕਿਸੇ ਨੂੰ ਦਿੰਦੇ, ਹਨਾ। ਜੇ ਲੈਂਗੁਏਜ ਦੀ ਕੰਪੀਟੈਂਸੀ ਨਹੀਂ ਤੇ ਕੈਨੇਡਾ ਜਾ ਕੇ ਪੜ੍ਹਨਾ ਕੀ ਆ। ਸੋ ਇਸ ਕਰਕੇ ਵੀ ਜਾਣੀ ਜੇ ਕਿਸੇ ਦਾ ਪਹਿਲੀ ਗੱਲ ਤੇ ਲੈਂਗੁਏਜ ਟੈਸਟ ਜੇ 2 ਸਾਲ ਤੋਂ ਪੁਰਾਣਾ ਵੀ ਆ ਤੇ ਉਹਨੂੰ ਕਿਹੜਾ ਅੰਗਰੇਜ਼ੀ ਭੁੱਲ ਗਈ ਆ। ਦੂਸਰਾ ਇਹ ਆ ਵੀ ਜੇ ਸਟੂਡੈਂਟ ਹੈ ਕੈਨੇਡੀਅਨ ਡਿਗਰੀ ਉਹਦੇ ਕੋਲ ਆ ਤੇ ਸਮਝ ਲੈਣਾ ਚਾਹੀਦਾ ਵੀ ਉਹਦੇ ਕੋਲ ਡਿਗਰੀ ਆ ਤੇ ਕੰਪੀਟੈਂਸੀ ਲੈਂਗੁਏਜ ਦੀ ਹੈਗੀ ਆ ਤੇ ਇਹ ਰਿਕੁਆਇਰਮੈਂਟ ਹੀ ਪਹਿਲੀ ਗੱਲ ਤੇ ਯੂਜ਼ਲੈਸ ਆ ਦੂਸਰੇ ਪਾਸੇ ਜੀ। ਸੋ ਇਸ ਕਰਕੇ ਜੀ ਹੁਣ ਆਪਾਂ ਦੇਖਿਆ ਸੀਗਾ ਵੀ ਜਿੱਥੇ ਇੰਪਲੋਇਮੈਂਟ ਲੈਟਰ ਵਿਕਣੇ ਆ ਜੀ ਉਹਦੇ ਨਾਲ ਹੀ ਫਿਰ ਇਹ ਇੰਗਲਿਸ਼ ਦੇ ਟੈਸਟ ਦੇ ਜਿਹੜੀ ਅਪੁਆਇੰਟਮੈਂਟਸ ਉਹ ਵਿਕਣੀਆਂ ਸ਼ੁਰੂ ਹੋ ਗਈਆਂ ਬਲੈਕ ਮਾਰਕੀਟ। ਹਾਂਜੀ, ਆਪਣਿਆਂ ਨੂੰ ਇਹ ਲੁੱਟ ਦਾ ਜਿਹੜਾ ਸਿਲਸਿਲਾ ਜਾਰੀ ਰੱਖਿਆ ਹੋਇਆ ਕਿਉਂਕਿ ਮੈਨੂੰ ਕੋਈ ਕੈਨੇਡੀਅਨ ਬੋਰਨ ਰੇਜ਼ਡ ਟ੍ਰੇਨਡ ਬੰਦਾ ਮਿਲਿਆ ਨਹੀਂ ਕਿ ਜਿਹੜਾ ਇਹ ਇੰਗਲਿਸ਼ ਦੇ ਟੈਸਟ ਦੀਆਂ ਅਪੁਆਇੰਟਮੈਂਟਾਂ ਵੇਚ ਰਹੇ ਹੋਣ। ਉਹ ਸਾਰੇ ਉਹੀ ਸੀਗੇ ਜਿਹੜੇ ਕਿਸੇ ਸਮੇਂ ਇੱਥੇ ਆਏ ਸੀ ਆਪ ਕੱਪੜੇ ਨਵੇਂ ਪਾ ਕੇ ਵੀ ਅਸੀਂ ਚੱਲੇ ਹਾਂ ਕੈਨੇਡਾ ਨੂੰ ਆਪਣਾ ਸੁਪਨਾ ਸਿਰਜਣ ਤੇ ਬਿਜ਼ਨਸ ਆਪਣੇ ਐਸਟੈਬਲਿਸ਼ ਕਰਕੇ ਇਹ ਕੰਮ ਕੀਤਾ ਜਾ ਰਿਹਾ ਵੀ ਨਿਊ ਕਮਰਸ ਨੇ ਜਿਹੜੇ ਉਹਨਾਂ ਨੂੰ ਲੁੱਟਣ ਠੱਗਣ ਦਾ ਕੰਮ ਜੀ। ਸੋ ਇਹ ਗੱਲ ਇੱਕ ਪਾਸੇ। ਸੋ ਇਸ ਕਰਕੇ ਇੱਕ ਟਾਈਮ MP ਸਾਹਿਬਾਂ ਦੇ ਨਾਲ ਆਪਾਂ ਇਹ ਗੱਲ ਕੀਤੀ ਸੀ ਵੀ ਤੁਸੀਂ ਇਹ ਰਿਕੁਆਇਰਮੈਂਟ ਆ ਜਿਹੜੀ ਜਾਂ ਤੇ ਇਹਨੂੰ ਕਹਿ ਦਿਓ ਚਲੋ ਯੂਜ਼ਲੈਸ ਹੈ, ਇਹਦੀ ਲੋੜ ਨਹੀਂ, ਪਰ ਜੇ ਇੱਦਾਂ ਨਹੀਂ ਕਰਨਾ ਤੇ ਫਿਰ ਜਿਹਨਾਂ ਦਾ ਟੈਸਟ 2 ਸਾਲ ਤੋਂ ਪੁਰਾਣਾ ਆ ਉਹ ਵੀ ਐਲੀਜੀਬਲ ਮੰਨ ਲਓ ਕਿਉਂਕਿ ਹੁਣ 6 ਮਈ ਨੂੰ ਤੁਸੀਂ ਐਪਲੀਕੇਸ਼ਨਸ ਖੋਲਣੀਆਂ। 6 ਮਈ ਤੱਕ ਕਿਸੇ ਨੂੰ ਅਪੁਆਇੰਟਮੈਂਟ ਨਹੀਂ ਮਿਲ ਰਹੀ ਆਪਣੇ ਟੈਸਟ ਪਾਸ ਕਰਾਉਣ ਦੀ। ਕੋਈ ਅਰਸ਼ ਵੈਨਕੂਵਰ ਜਾ ਰਿਹਾ, ਕੋਈ ਕੈਲਗਰੀ ਜਾ ਰਹੇ ਨੇ, ਇੱਥੋਂ ਜੇ ਅਪੁਆਇੰਟਮੈਂਟ ਕਿਤੇ ਵੀ ਕੈਨੇਡਾ ਦੇ ਵਿੱਚ ਮਿਲ ਜਾਏ ਉੱਥੇ ਜਾ ਕੇ ਜਹਾਜ਼ ਫੜ ਕੇ ਲੋਕ ਆਪਣਾ ਟੈਸਟ ਦੇਣ ਜਾ ਰਹੇ। ਕਿੱਡੀ ਵੱਡੀ ਇਹ ਖੁਆਰੀ ਆ ਤੇ ਕਿੱਡੇ ਵੱਡੇ ਇਹ ਖਰਚੇ ਆ ਜੀ। ਸੋ ਉਦੋਂ ਜਦੋਂ ਕਿ ਇਹ ਰਿਕੁਆਇਰਮੈਂਟ ਸਟੂਡੈਂਟਸ ਵਾਸਤੇ ਤੇ ਬਿਲਕੁਲ ਯੂਜ਼ਲੈਸ ਲੱਗਦੀ ਆ। ਸੋ ਉਹਨਾਂ ਨੇ ਫਿਰ ਮੰਤਰੀ ਸਾਹਿਬ ਨੇ ਕਿਹਾ ਸੀ ਵੀ ਇਹ ਫੀਡਬੈਕ ਮੈਂ ਜਿਹੜੀ ਆ ਨਾ ਗਵਰਨਮੈਂਟ ਤੱਕ ਤੁਹਾਡੀ ਪਹੁੰਚਾਊਂਗੀ। ਅੱਛਾ ਸੁਝਾਅ ਆ, ਇਹਦੇ ਤੇ ਦੇਖਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਕੰਮ ਹੁੰਦਾ ਕਿ ਨਹੀਂ। ਆਪਾਂ ਉਹਨਾਂ ਨੂੰ ਇਹ ਵੀ ਸੁਜੈਸਟ ਕੀਤਾ ਵੀ ਜੇ ਰਿਕੁਆਇਰਮੈਂਟ ਤੁਸੀਂ ਨਹੀਂ ਰਿਮੂਵ ਕਰਨੀ ਤੇ ਫਿਰ ਐਟਲੀਸਟ ਤੁਸੀਂ ਐਪਲੀਕੇਸ਼ਨ ਦੀ ਵਿੰਡੋ ਜਿਹੜੀ ਉਹ ਥੋੜੀ ਵਧਾ ਦਿਓ। 6 ਮਈ ਦੀ ਬਜਾਏ ਕੋਈ ਗੱਲ ਨਹੀਂ 1 ਮਹੀਨਾ ਹੋਰ ਕੱਟ ਲੈਣਗੇ ਮੁੰਡੇ ਕੁੜੀਆਂ, ਤੁਸੀਂ 6 ਜੂਨ ਨੂੰ ਐਪਲੀਕੇਸ਼ਨ ਖੋਲ ਲਓ, ਉਦੋਂ ਤੱਕ ਉਹ ਤਸੱਲੀ ਨਾਲ ਆਪਣੇ ਟੈਸਟ ਦੇ ਲੈਣ। ਸੋ ਦੇਖਦੇ ਹਾਂ ਸਿਲਸਿਲੇ 'ਚ ਕੋਈ ਡਿਵੈਲਪਮੈਂਟ ਹੁੰਦੀ ਕਿ ਨਹੀਂ।
ਦੂਸਰਾ ਜਿਹੜਾ ਫਿਰ LMIA ਦਾ ਇਸ਼ੂ ਆ ਉਹ ਤੇ ਭੈਣ ਭਰਾ ਸੁਣ ਹੀ ਲੈਣਗੇ, ਆਪਾਂ ਉੱਤੇ ਕਮੈਂਟ ਕਰ ਲੈਂਦੇ ਜੀ। ਸੋ ਇਹ ਇੰਟਰਵਿਊ ਤਕਰੀਬਨ 10 ਮਿੰਟ ਦੀ ਹੈ, ਇਸ ਨੂੰ ਜ਼ਰੂਰ ਸੁਣਿਆ ਜਾਵੇ, ਧਿਆਨ ਦੇ ਨਾਲ ਕੁਝ ਸਿੱਖਣ ਨੂੰ ਮਿਲੇਗਾ। ਤਿੱਖੇ ਤਿੱਖੇ ਸਵਾਲ ਜਵਾਬ ਜੌਲ ਸਾਹਿਬ ਨੇ ਕੀਤੇ ਨੇ ਰੂਬੀ ਸਹੋਤਾ ਜੀ ਨੂੰ, ਜੋ ਕਿ ਬਰੈਂਪਟਨ ਨਾਰਥ ਦੇ ਵਿੱਚ ਸਾਡੇ ਮੈਂਬਰ ਪਾਰਲੀਮੈਂਟ ਨੇ, ਉਹਨਾਂ ਨਾਲ ਗੱਲਬਾਤ ਵਿਸ਼ੇਸ਼ ਤੌਰ ਤੇ ਕੀਤੀ ਹੈ। ਅਸੀਂ ਆਓ ਇਹ ਇੰਟਰਵਿਊ ਸੁਣਦੇ ਹਾਂ। ਉਸ ਤੋਂ ਪਹਿਲਾਂ ਦੱਸ ਦਈਏ ਕਿ ਇਸ ਇੰਟਰਵਿਊ ਤੋਂ ਪਹਿਲਾਂ ਅੱਜ ਦਾ ਪ੍ਰੋਗਰਾਮ ਵੈਜੀ ਲਵਰਸ ਵੱਲੋਂ ਸਪਾਂਸਰ ਕੀਤਾ ਜਾ ਰਿਹਾ ਹੈ ਜੀ। 9057898899 9057898899 ਸ਼ੁੱਧ ਵੈਜੀਟੇਰੀਅਨ ਪੀਜ਼ਾ। ਤਾਂ ਵੈਜੀ ਲਵਰਸ ਤੋਂ ਇਲਾਵਾ ਘਰ ਦੇ ਵਿੱਚ ਤੁਸੀਂ ਹੁਣ ਗਰਮੀਆਂ ਸੀਜ਼ਨ ਆ ਰਿਹਾ ਹੈ, AC ਲਗਵਾਉਣਾ ਚਾਹੁੰਦੇ ਹੋ ਜੀ, ਤਾਂ LG ਹੋਮ ਕੰਫਰਟ ਦੇ ਬਾਈ ਅਮਨ ਜੀ ਨੂੰ ਕਾਲ ਕਰ ਲੈਣਾ। 1999 ਦੇ ਵਿੱਚ ਤੁਸੀਂ ਆਪਣੇ ਘਰ ਦਾ AC ਲਗਵਾ ਸਕਦੇ ਹੋ। 6473003573। ਸੋ ਆਓ ਫਿਰ ਇਹ ਇੰਟਰਵਿਊ ਸੁਣਦੇ ਹਾਂ ਜੀ, ਐਂਡ ਉਸ ਤੋਂ ਬਾਅਦ ਫਿਰ ਜੌਲ ਸਾਹਿਬ ਦੇ ਨਾਲ ਇਸ ਗੱਲਬਾਤ ਦੇ ਨਾਲ ਟਿੱਪਣੀ ਕਰਾਂਗੇ। ਤੁਹਾਡਾ ਵੀ ਕੋਈ ਸਵਾਲ ਜਵਾਬ ਹੋਵੇ, ਤੁਹਾਡਾ ਆਨਸਰ ਕੀਤਾ ਜਾਵੇਗਾ। ਸੋ ਆਓ ਫਿਰ ਇਹ ਇੰਟਰਵਿਊ ਸੁਣਦੇ ਹਾਂ, ਉਸ ਤੋਂ ਬਾਅਦ ਫਿਰ ਵਾਪਸ ਆ ਰਹੇ। ਤੁਸੀਂ ਸੁਣਦੇ ਤੇ ਦੇਖਦੇ ਜਾ ਰਹੇ ਹੋ ਤੁਹਾਡਾ ਮਨਪਸੰਦ ਪ੍ਰੋਗਰਾਮ ਰੰਗਲਾ ਪੰਜਾਬ ਏਸ਼ੀਅਨ ਵਿਜ਼ਨ, IPTV ਵਾਸਤੇ ਨੰਬਰ 6475545859। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਤੁਹਾਡੀ ਅਨਾਉਂਸਮੈਂਟ ਦੇ ਨਾਲ ਇਸ ਸਾਲ ਦੇ ਵਿੱਚ ਹੀ ਆਲਮੋਸਟ ਲਾਈਕ 125,000 ਜਿਹੜੇ ਲੋਕ PR ਹੋ ਸਕਣਗੇ ਬਿਨਾਂ LMIA ਤੋਂ। ਇਹ ਬੜੀ ਗੁੱਡ ਨਿਊਜ਼ ਹੈ। ਲੇਕਿਨ ਇਹਦੇ ਨਾਲ ਹੀ ਹੁਣ ਜੇ LMIA ਦਾ ਫਰਾਡ ਥੋੜ੍ਹਾ ਜਿਹਾ ਘਟੂਗਾ ਤੇ ਪਤਾ ਲੱਗ ਰਿਹਾ ਵੀ ਇੰਪਲੋਇਮੈਂਟ ਲੈਟਰ ਵਿਕਣੇ ਸ਼ੁਰੂ ਹੋ ਜਾਣਾ ਹੈ, ਕਿਉਂਕਿ ਇੰਪਲੋਇਮੈਂਟ ਦਾ ਐਕਸਪੀਰੀਅੰਸ ਹੈ ਜਿਹੜਾ ਲੋਕਾਂ ਨੂੰ ਪ੍ਰੂਵ ਕਰਨਾ ਪੈਣਾ। ਸੋ ਇਸ ਪਾਸੇ ਜ਼ਰੂਰ ਥੋੜ੍ਹਾ ਜਿਹਾ ਧਿਆਨ ਰਵੇ ਤੁਹਾਡੀ ਗਵਰਨਮੈਂਟ ਦਾ ਵੀ ਇਹ ਜਦੋਂ ਜਿਹੜੇ ਇਹ ਸਟੂਡੈਂਟਸ ਨੇ PR ਲੈਣਾ ਹੁੰਦਾ ਜਾਂ ਅਪਲਾਈ ਕਰਨਾ ਹੁੰਦਾ ਤੇ ਇੰਪਲੋਇਰਸ ਆ ਜਿਹੜੇ ਜੀ ਵੀ ਉਹਨਾਂ ਦੇ ਆਪਣੇ ਇੰਪਲੋਇਰਸ ਹੀ ਉਹਨਾਂ ਨੂੰ ਐਕਸਪਲੋਇਟ ਕਰਨਾ ਸ਼ੁਰੂ ਕਰ ਦਿੰਦੇ ਆ ਜੀ। ਜਿਸ ਤਰ੍ਹਾਂ ਤੁਸੀਂ ਇਨਫੋਰਮੇਸ਼ਨ ਸ਼ੇਅਰ ਕਰਦੇ ਹੈਗੇ ਆ, ਲੋਕਾਂ ਨੂੰ ਇਹ ਗੱਲਾਂ ਜ਼ਰੂਰ ਰਿਪੋਰਟ ਕਰਨੀਆਂ ਚਾਹੀਦੀਆਂ ਹੈਗੀਆਂ ਨੇ। ਅਦਰ ਵੇ ਦੇਰ ਇਜ਼ ਰੀਲੀ ਨੋ ਵੇ ਆਫ ਅਸ ਫਾਈਂਡਿੰਗ ਦੈਟ ਆਊਟ। ਮੈਂ ਆਪਦੇ EMPLOYEES ਨੂੰ ਜਦੋਂ ਵੀ ਉਹਨਾਂ ਨੂੰ ਕੋਈ EMPLOYMENT ਲੈਟਰ ਚਾਹੀਦੀ ਹੈਗੀ ਆ, ਭਾਵੇਂ ਉਹ ਮੋਰਗੇਜ ਲਈ ਆ, ਭਾਵੇਂ ਉਹ ਨਵੀਂ ਜੌਬ ਲਈ ਰੈਫਰੈਂਸ ਆ, ਅਗਰ ਹਮੇਸ਼ਾ ਦਿੰਦੀ ਹੈਗੀ ਆ। ਇਟਸ ਯੂਜਲੀ ਨਾਟ ਅ ਬਿਗ ਰਿਕੁਆਇਰਮੈਂਟ। ਐਂਡ ਜੇ ਗਵਰਨਮੈਂਟ ਇਹ ਚੀਜ਼ ਵੀ ਨਹੀਂ ਮੰਗਦੀ ਹੈਗੀ ਵੀ ਪ੍ਰੂਫ ਆਫ EMPLOYMENT ਜਾਂ ਜੌਬ ਲੈਟਰ ਚਾਹੀਦੀ ਹੋਵੇ, ਦੈਨ ਆਈ ਥਿੰਕ ਹੋਰ ਵੀ ਤਰ੍ਹਾਂ ਦੇ ਫਰਾਡ ਹੋ ਸਕਦੇ ਹੈਗੇ ਆ। ਸੋ it's unfortunate that ਇੰਨੇ ਵਧੀਆ opportunities ਦਿੱਤੇ ਜਾ ਰਹੇ ਹੈਗੇ ਆ ਲੋਕਾਂ ਨੂੰ, EMPLOYEES ਨੂੰ ਵੀ ਤੇ EMPLOYERS ਨੂੰ ਵੀ, ਐਂਡ ਲੋਕ ਮਿਸਯੂਜ਼ ਕਰਦੇ ਹੈਗੇ ਆ। ਸੋ ਆਈ ਐਮ ਵੈਰੀ ਡਿਸਅਪੋਇੰਟਡ ਇਸ ਗੱਲ ਨੂੰ ਸੁਣ ਕੇ ਵੀ ਲੋਕ ਤਾਂ ਵੀ ਭਾਵੇਂ ਗਵਰਨਮੈਂਟ ਇੰਨਾ ਸੌਖਾ ਰਸਤਾ ਦੇ ਰਹੀ ਹੈਗੀ ਆ ਲੋਕਾਂ ਨੂੰ ਤੇ ਉਹ ਤਾਂ ਵੀ ਉਹਨੂੰ ਮਿਸਯੂਜ਼ ਕਰ ਰਹੇ ਨੇ। ਜਦੋਂ ਰੂਬੀ ਜੀ ਵੀ ਇਹ ਬਹੁਤ ਵੱਡੀ ਸਟਰਗਲ ਦੇ ਵਿੱਚੋਂ ਮੈਂ ਖੁਦ ਗੁਜ਼ਰਿਆ, LMIA ਦੇ ਫਰਾਡ ਦੇ ਖਿਲਾਫ ਤੁਹਾਨੂੰ ਸਾਰਿਆਂ ਨੂੰ ਇਨਫੋਰਮ ਕਰਦੇ ਰਹਿੰਦੇ ਸੀ ਪਿਛਲੇ 4 ਸਾਲਾਂ ਤੋਂ। ਜਾਣੀ ਕਿ ਉਸ ਸਮੇਂ ਦੇ ਦੌਰਾਨ ਵੀ ਇਹ ਦੇਖਿਆ ਵੀ ਜਿਹੜਾ ਇਹ MPs ਨੂੰ ਵੀ ਮੈਂ ਪੁੱਛ ਕੇ ਦੇਖਿਆ ਵੀ ਜੇ ਇਹ ਫਰਾਡ ਘਟਾਉਣਾ ਹੋਵੇ ਤੇ ਕਿਉਂ ਨਾ ਲੋਕ ਜਿਹੜੇ ਆ ਰਾਈਡਿੰਗ ਦੇ ਵਿੱਚ MP ਨੂੰ ਕੰਟੈਕਟ ਕਰ ਲੈਣ ਤੇ ਉਹ ਦੱਸ ਦੇਣ ਜਿਹੜੇ ਇੰਪਲੋਇਰ ਵੀ ਬਿਨਾਂ ਪੈਸੇ ਤੋਂ LMIA ਦਿੰਦੇ ਆ। ਥੋੜ੍ਹਾ ਜਿਹਾ MP ਜੇ ਇਸ ਪਾਸੇ ਖਿਆਲ ਰੱਖਣ ਤੇ ਲੋਕਾਂ ਦੀ ਐਕਸਪਲੋਇਟੇਸ਼ਨ ਘਟ ਸਕਦੀ ਵੈਸੇ। ਦੇਖੋ ਮੈਨੂੰ ਬਹੁਤ ਲੋਕ ਕੰਟੈਕਟ ਕਰਦੇ ਆ। ਆਮ ਸ਼ੋਰ ਜੇ ਤੁਸੀਂ ਕਿਸੇ ਨਾਲ ਵੀ ਗੱਲ ਕਰ ਲਵੋ ਯੂ ਵਿਲ ਨੋ ਦੈਟ ਮੇਰਾ ਹਮੇਸ਼ਾ ਹੀ ਮਕਸਦ ਰਿਹਾ ਹੈਗਾ ਵੀ ਮੈਂ ਇੱਕ ਐਕਸੈਸਿਬਲ MP ਰਹਾਂ, ਜਿੱਥੇ ਤੱਕ ਮੈਂ ਕਰ ਸਕਦੀ ਹਾਂ ਕਰਾਂ। ਪਰ ਆਫ ਕੋਰਸ ਜੇ ਤੁਸੀਂ ਪਤਾ ਕਰਨਾ ਚਾਹੁੰਦੇ ਹੋ ਵੀ ਤੁਹਾਡਾ ਮੈਂਬਰ ਆਫ ਪਾਰਲੀਮੈਂਟ ਕੌਣ ਹੈਗਾ ਆ, ਇੱਕ ਈਮੇਲ ਭੇਜਣਾ ਹੈਗਾ ਆ, ਕਿਉਂਕਿ ਇੱਕ ਤਾਂ ਤੁਹਾਡੀ ਕੰਪਲੇਂਟ ਦਾ ਰੈਕਡ ਵੀ ਬਣ ਜਾਂਦਾ ਹੈਗਾ, ਐਂਡ ਇੱਕ ਸਾਡੇ ਕੋਲ ਵੀ ਈਜ਼ੀਲੀ ਤੁਹਾਡੀ ਜਿਹੜੀ ਲੈਟਰ ਆ ਜਾਂ ਕੰਪਲੇਂਟ ਆ ਅਸੀਂ ਫਾਰਵਰਡ ਕਰ ਸਕਦੇ ਹੈਗੇ ਉਹਨੂੰ। ਕਿਉਂਕਿ ਜਿਹੜਾ ਇਹ ਹੁਣ ਲੜਕੇ ਲੜਕੀਆਂ ਨੂੰ ਨੌਜਵਾਨ ਯੂਥ ਇੰਨਾ ਆ ਰਿਹਾ ਕੈਨੇਡਾ ਦੇ ਵਿੱਚ ਭਰੋਸਾ ਕਰਕੇ ਆਪਣਾ ਉਹ ਇੱਕ ਡਰੀਮ ਲੈ ਕੇ ਆਉਂਦੇ ਨੇ, ਪਰ ਇੱਥੇ ਆ ਕੇ ਜਦੋਂ ਉਹਨਾਂ ਦੀ ਤਰ੍ਹਾਂ ਦੀ ਐਕਸਪਲੋਇਟੇਸ਼ਨ ਇੱਦਾਂ ਭਈ ਸਿੰਡੀਕੇਟ ਬਣਾ ਕੇ ਗਰੁੱਪ ਗੈਂਗ ਬਣਾ ਕੇ ਇਹ ਲੀਗਲ ਐਕਸਪਰਟਸ ਤੇ ਜਿਹੜੇ ਇੰਪਲੋਇਰਸ ਆ ਉਹ ਕਰਦੇ ਆ ਜੀ, ਤੇ ਫਿਰ ਉਹਦੇ ਨਾਲ ਉਹਨਾਂ ਨੂੰ ਲੱਗਦਾ ਵੀ ਇਹ ਅਸੀਂ ਚੰਗੇ ਦੇਸ਼ ਵਿੱਚ ਆਏ ਹਾਂ। ਤੇ ਦੂਸਰੇ ਪਾਸੇ ਇਹ ਆ ਜੀ ਵੀ ਇਸ ਤਰ੍ਹਾਂ ਦੀ ਐਕਸਪਲੋਇਟੇਸ਼ਨ ਤੋਂ ਇਹ ਅਕਸਰ ਲੜਕੇ ਲੜਕੀਆਂ ਨੂੰ ਇਹ ਲੱਗਣ ਲੱਗ ਜਾਂਦਾ ਰੂਬੀ ਜੀ ਵੀ ਇਹ ਜਿਹੜੇ ਇੰਪਲੋਇਰ ਆ ਇਹ ਸਾਰੇ ਹੀ ਖਰੀਦੇ ਹੋਏ ਆ ਤੇ ਸਾਡਾ ਹੋਰ ਕਿਤੇ ਓਨੈਸਟਲੀ ਕੰਮ ਹੀ ਨਹੀਂ ਕੈਨੇਡਾ 'ਚ ਹੋ ਸਕਦਾ। ਜਿਸ ਕਰਕੇ ਵੀ MP ਜੇ ਕੋਈ ਇਹੋ ਜਿਹੇ ਓਨੈਸਟ ਇੰਪਲੋਇਰਸ ਦੀ ਲਿਸਟ ਬਣਾ ਕੇ ਰੱਖਣ ਤੇ ਰੈਫਰ ਕਰ ਦਿਆ ਕਰਨ ਕਿ ਆਹ ਦੇਖੋ ਜੀ ਵੀ ਸਾਡੇ ਕੋਲ ਇੰਪਲੋਇਰਸ ਹੈਗੇ ਨੇ ਜਿਹੜੇ ਕਿ ਬਿਨਾਂ ਪੈਸਿਆਂ ਤੋਂ ਇਹ ਕੰਮ ਕਰ ਸਕਦੇ ਆ। ਇਟਸ ਵੈਰੀ ਹਾਰਡ। ਸਾਡੇ ਕੋਲ ਇਸ ਤਰ੍ਹਾਂ ਦੇ ਵੈਸੇ ਰਿਸੋਰਸ ਹੈਗੇ ਵੀ ਅਸੀਂ ਹਰੇਕ employer ਜਿਹੜਾ ਕੈਨੇਡਾ ਦੇ ਵਿੱਚ ਹੈਗਾ ਉਹਦੀ ਇਨਵੈਸਟੀਗੇਸ਼ਨ ਕਰਕੇ ਦੱਸ ਸਕੀਏ ਵੀ ਉਹ ਇੱਕ ਚੰਗਾ employer ਹੈ ਜਾਂ ਨਹੀਂ, ਪਰ it's a good idea. ਇਸ ਤਰ੍ਹਾਂ ਦੇ systems already in place ਵੀ ਹੈਗੇ ਨੇ। There's a list of employers ਜਿਹੜੇ ਕੈਨੇਡਾ ਦੇ best employers list ਬਣਦੀ ਹੈਗੀ ਆ।
ਉਹਦੀ already ਇੱਕ ਲਿਸਟ ਹੈਗੀ ਆ. You can go online and find the Canada ਦੇ top and best employers, ethical employers ਕੌਣ ਹੈਗੇ ਨੇ. There is a long list of them. ਜਿਹੜੇ ਆਪਣੇ ਲੋਕਲ ਸਮਾਲ ਬਿਜ਼ਨੈਸਿਸ ਵੀ ਨੇ ਉਹਨਾਂ ਨੂੰ ਵੀ ਰੈਕਗਨੀਸ਼ਨ ਮਿਲਦੀ ਹੈਗੀ ਆ. ਜਿਹੜੇ ਮੋਸਟ ਐਥੀਕਲ ਮੋਸਟ ਬੈਸਟ employers ਹੈਗੇ ਨੇ. ਸੋ ਇਹਨਾਂ ਦੀਆਂ ਲਿਸਟ ਆਲਰੇਡੀ ਬਣੀਆਂ ਹੈਗੀਆਂ ਨੇ. ਪਰ I will say ਮਿਸਟਰ ਜੋਹਲ ਮੈਂ ਇਹ ਵੀ ਕਹਿਣਾ ਚਾਹੁੰਦੀ ਹੈਗੀ ਆ ਵੀ ਥੋੜ੍ਹੀ ਜਿਹੀ ਰਿਸਰਚ ਵੀ ਕਰ ਲੈਣੀ ਚਾਹੀਦੀ ਹੈਗੀ ਆ. ਜਿਹੜੇ ਸਟੂਡੈਂਟਸ ਆਪਾਂ ਕਹਿੰਦੇ ਹੈਗੇ ਆ ਪੜ੍ਹੇ ਲਿਖੇ ਹੈਗੇ ਨੇ ਨੌਜਵਾਨ ਹੈਗੇ ਨੇ ਉਹਨਾਂ ਨੂੰ ਥੋੜ੍ਹੀ ਜਿਹੀ ਰਿਸਰਚ ਵੀ ਕਰਨੀ ਚਾਹੀਦੀ ਹੈਗੀ ਆ. ਹਰ ਇੱਕ ਚੀਜ਼ ਤੁਸੀਂ ਵਿੱਚ ਐਂਟਰ ਕਰਦੇ ਹੈਗੇ ਹੋ ਯੂ ਸ਼ੁੱਡ ਨੋ ਵੀ ਤੁਸੀਂ ਕੀ ਕੰਮ ਲੱਗੇ ਹੈਗੇ ਹੋ. ਆਈਡੀਆ ਹੋਣਾ ਚਾਹੀਦਾ. ਆਪ ਵੀ ਉਹ ਜਲਦੀ ਇਸ ਤਰੀਕੇ ਦੇ ਨਾਲ ਜਿਹੜੇ ਅਜਿਹੀ ਚੀਜ਼ਾਂ ਖਰੀਦਣ ਤੁਰ ਪੈਂਦੇ ਨੇ. LMI ਅਕਸਰ ਉਹ ਖਰੀਦਦੇ ਨੇ ਤੇ ਵਿਕਦੀ ਹੈ. ਤੁਸੀਂ ਇਹ ਕਹਿਣਾ ਚਾਹੁੰਦੇ ਹੋ ਸ਼ਾਇਦ. ਸੋ ਇਨਫੋਰਮੇਸ਼ਨ ਲੈ ਲੈਣੀ ਚਾਹੀਦੀ ਹੈ. ਸਾਡੇ ਨਾਲ ਰੂਬੀ ਸਹੋਤਾ ਜੀ ਬਰੈਂਪਟਨ ਨਾਰਥ ਹਲਕੇ ਤੋਂ ਮੈਂਬਰ ਪਾਰਲੀਮੈਂਟ. ਇਹਨਾਂ ਨੇ ਬੜੀ ਪੇਸ਼ੈਂਸ ਦੇ ਨਾਲ LMIA ਦੇ ਸਿਲਸਿਲੇ ਦੇ ਵਿੱਚ ਵੀ ਸਦਾ ਜਿਹੜੀ ਆ ਉਹ ਸਾਡੀ ਫੀਡਬੈਕ ਲਈ ਹੈ, ਇਸ ਨੂੰ ਅੱਗੇ ਪਹੁੰਚਾਇਆ. ਇਸ ਦੇ ਲਈ ਅਸੀਂ ਇਹਨਾਂ ਦਾ ਧੰਨਵਾਦ ਵੀ ਕਰਨਾ ਚਾਹੁੰਦੇ ਹਾਂ. ਇਸੇ ਕਰਕੇ ਜਿਹੜੀਆਂ ਜੀ ਅਪਰਚੁਨਿਟੀਜ਼ ਨੌਜਵਾਨਾਂ ਨੂੰ ਹੁਣ ਬਿਨਾਂ LMIA ਤੋਂ ਮਿਲਣੀਆਂ ਸ਼ੁਰੂ ਹੋ ਗਈਆਂ. ਅਜਿਹਾ ਹੀ ਆਪਾਂ ਚਾਹੁੰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ LMIA ਤੇ ਜਿਹੜੀ ਡਿਪੈਂਡੈਂਸੀ ਆ ਇਮੀਗ੍ਰੇਸ਼ਨ ਪ੍ਰੋਗਰਾਮਸ ਦੀ ਘਟੇ, ਜਿਸ ਦੇ ਨਾਲ ਕਿ ਜਿਹੜਾ ਜੀ ਵਰਕਰਸ ਦੀ ਐਕਸਪਲੋਇਟੇਸ਼ਨ ਹੋਰ ਵੀ ਜ਼ਿਆਦਾ ਘੱਟ ਹੋ ਜਾਵੇਗੀ. ਸੋ ਅੱਜ ਦੇ ਪ੍ਰੋਗਰਾਮ 'ਚ ਜਾਣ ਤੋਂ ਪਹਿਲਾਂ ਰੂਬੀ ਸਹੋਤਾ ਜੀ ਆਪਣੇ ਵੱਲੋਂ ਕੁਝ ਹੋਰ ਕਹਿਣਾ ਚਾਹੋ? ਹਾਂਜੀ ਆਈ ਗੈਸ ਇਹ ਨਹੀਂ ਲਿਖਿਆ ਸੀਗਾ ਵੀ ਜਿਹੜੀ ਮਿਨਿਸਟਰੀ ਆਫ ਲੇਬਰ ਹੈਗੀ ਆ. ਮਿਨਿਸਟਰੀ ਆਫ ਲੇਬਰ ਇੱਕ ਖਾਸ ਰਿਸੋਰਸ ਹੈਗਾ ਆ. ਉਹਨਾਂ ਦਾ ਨੰਬਰ ਹੈਗਾ ਜਿਹੜਾ ਤੁਸੀਂ ਕੰਟੈਕਟ ਕਰ ਸਕਦੇ ਹੈਗੇ ਹੋ. ਸੋ ਮੇਰੇ ਐਕਚੁਅਲੀ ਕੋਲ ਹੀ ਸਾਹਮਣੇ ਸੀ ਤੇ ਹੁਣ ਮੇਰੇ ਸਕਰੀਨ ਤੋਂ ਹਟ ਗਿਆ ਹੈਗਾ. ਪਰ ਐਨੀਵੇਜ਼ ਤੁਸੀਂ ਈਜ਼ੀਲੀ ਉਹਨੂੰ ਫਾਈਂਡ ਕਰ ਸਕਦੇ ਹੈਗੇ ਹੋ. ਇਸ ਤਰ੍ਹਾਂ ਦੀ ਕੋਈ ਵੀ ਕੰਪਲੇਂਟ ਤੁਸੀਂ ਮਿਨਿਸਟਰੀ ਆਫ ਲੇਬਰ ਦੇ ਕੋਲ ਕਰ ਸਕਦੇ ਹੈਗੇ ਹੋ. ਸੋ that is a very important step and I think ਆਪਣੇ ਬਹੁਤ ਲੋਕ ਨੇ ਜਿਹੜੇ ਕਮਿਊਨਿਟੀ ਦੇ ਵਿੱਚ ਕੋਈ ਵੀ ਸਹੀ ਸਟੈਪ ਲੈਣ ਲਈ ਵੀ ਜਾਂ ਜਸਟਿਸ ਲਈ ਵੀ ਲੜਨ ਲਈ ਕਈ ਵਾਰ ਡਰ ਜਾਂਦੇ ਹੈਗੇ ਆ. ਪਰ ਮੈਂ ਹੀ ਲੋਕਾਂ ਨੂੰ ਕਹਿਣਾ ਚਾਹੁੰਦੀ ਹੈਗੀ ਆ ਵੀ ਤੁਹਾਨੂੰ ਡਰਨ ਦੀ ਲੋੜ ਨਹੀਂ ਹੈਗੀ. ਇਨ ਕੈਨੇਡਾ ਤੁਸੀਂ ਜਿਹੜੀ ਕੋਈ ਚੀਜ਼ ਪੁਲਿਸ ਨੂੰ ਰਿਪੋਰਟ ਕਰਦੇ ਹੈਗੇ ਹੋ ਜਾਂ ਕੋਈ ਡਿਪਾਰਟਮੈਂਟ ਜਾਂ ਏਜੰਸੀ ਤੋਂ ਕਰਦੇ ਹੈਗੇ ਹੋ that is okay. That is a safe thing to do. ਅਤੇ ਤੁਹਾਨੂੰ ਕਰਨੀ ਚਾਹੀਦੀ ਹੈਗੀ ਆ. ਰੂਬੀ ਜੀ ਸ਼ਾਇਦ ਤੁਸੀਂ ਨਾ ESDC ਦਾ ਟਿਪ ਲਾਈਨ ਦੇਣਾ ਚਾਹੁੰਦੇ ਸੀਗੇ ਵੀ ਜੇ LMIA ਫਰਾਡ ਕਿਸੇ ਨੇ ਕੋਈ ਰਿਪੋਰਟ ਕਰਨਾ ਤੇ ਉਹਦੀ ਟਿਪ ਲਾਈਨ ਨਾ ਅਸੀਂ ਲੋਕਾਂ ਦੇ ਨਾਲ ਸਾਂਝੀ ਤਾਂ ਬਹੁਤ ਵਾਰੀ ਕੀਤੀ, ਹਰ ਮਹੀਨੇ ਕਰਦੇ ਹਾਂ, ਪਰ ਉੱਥੇ ਫੋਨ ਡਰ ਦਾ ਮਾਰਾ ਕੋਈ ਨਹੀਂ ਕਰਦਾ. ਭਾਵੇਂ ਕਿ ਉਹਨਾਂ ਨੇ ਸਾਨੂੰ ਕਿਹਾ ਹੋਇਆ ਵੀ ਪੰਜਾਬੀ 'ਚ ਹੀ ਮੈਸੇਜ ਛੱਡ ਦਿਓ, ਕੋਈ ਗੱਲ ਨਹੀਂ, ਅੰਗਰੇਜ਼ੀ ਨਹੀਂ ਬੋਲਣੀ ਆਉਂਦੀ, ਕੋਈ ਗੱਲ ਨਹੀਂ. ਸੋ ਉਹ ਅਸੀਂ ਟਿਪ ਲਾਈਨ ਇੱਕ ਵਾਰ ਫਿਰ ਇਸ ਪ੍ਰੋਗਰਾਮ 'ਚ ਦੇ ਦਈਏ. ਉਹ ਹੈ ਜੀ 1866 602 9448 186660294448. ਰੂਬੀ ਜੀ ਇਸ ਤੋਂ ਪਹਿਲਾਂ ਕਿ ਤੁਸੀਂ ਜਾਓ ਥੋੜ੍ਹਾ ਜਿਹਾ ਇਹ ਦੱਸ ਜਾਓ ਕਿਉਂਕਿ ਵੀ ਇਹ ਸਦਾ ਹੀ ਸਾਰੇ MP ਸਾਹਿਬਾਨਾਂ ਨਾਲ ਮੈਂ ਅੱਗੇ ਵੀ ਡਿਸਕਸ ਕੀਤਾ ਹੋਇਆ LMIA ਦੇ ਸਿਲਸਿਲੇ ਦੇ ਵਿੱਚ ਕਿ ਭਈ ਲੋਕ ਇਹ ਸਮਝਦੇ ਆ ਕਿਉਂਕਿ ਤੁਸੀਂ ਇਹਨੂੰ ਪੂਰੀ ਤਰ੍ਹਾਂ ਰੋਕਦੇ ਨਹੀਂ LMIA ਫਰਾਡ ਨੂੰ ਤੇ ਲੋਕ ਸਮਝਦੇ ਆ ਵੀ ਲਿਬਰਲ ਪਾਰਟੀ ਦੇ ਸਪੋਰਟਰ ਇਹ ਕਰਪਸ਼ਨ ਕੈਨੇਡਾ ਵਿੱਚ ਕਰ ਰਹੇ ਆ ਤੇ ਜਿਸ ਕਰਕੇ ਤੁਹਾਡੀ ਗਵਰਨਮੈਂਟ ਇਸ ਕਰਪਸ਼ਨ ਪ੍ਰਤੀ ਲਿਬਰਲ ਹੈ, ਸੌਫਟ ਹੈ, ਜਾਣਬੁੱਝ ਕੇ LMIA ਦੀ ਕਰਪਸ਼ਨ ਨੂੰ ਪੂਰੀ ਤਰ੍ਹਾਂ ਰੋਕਦੀ ਨਹੀਂ ਹੈ. ਮੈਂ ਇਹ ਕਹਿ ਸਕਦੀ ਹਾਂ ਵੀ that's completely false, absurd. ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋ ਰਹੀ ਹੈਗੀ ਐਂਡ ਇਹ ਜਿਹੜੀ ਪ੍ਰੋਬਲਮ ਹੈਗੀ ਆ ਇਹ ਕੱਲ੍ਹ ਦੀ ਨਹੀਂ ਬਣੀ ਹੋਈ ਹੈਗੀ, ਪਿਛਲੇ 5-6 ਸਾਲ ਦੀ ਨਹੀਂ ਸ਼ੁਰੂ ਹੋਈ ਹੈਗੀ. ਇਹ ਬਹੁਤ ਲੰਬੀ ਇੱਕ ਪ੍ਰੋਬਲਮ ਹੈਗੀ ਆ ਤੇ ਇਹਨੂੰ ਜ਼ਰੂਰ ਟੈਕਲ ਵੀ ਕਰਨ ਦੇ ਕਈ ਸਟੈਪਸ ਅਸੀਂ ਲਏ ਹੈਗੇ ਆ. ਸੋ this is just I think conspiracy theories ਜਿਹਨੂੰ ਕਹਿੰਦੇ ਹੈਗੇ ਆ ਨਾ. ਕਈ ਵਾਰ ਜਿਹੜੀ ਮਸਾਲੇਦਾਰ ਕੋਈ ਖਬਰ ਹੋਵੇ ਜਾਂ ਕੋਈ ਖਬਰ ਵੀ ਨਹੀਂ ਇਹਨੂੰ ਕਹਿ ਸਕਦੇ. ਵੈਸੇ ਇਹ ਖਬਰ ਤਾਂ ਨਹੀਂ ਹੈਗੀ, ਇਹ ਤਾਂ ਸਿਰਫ ਇਟਸ ਜਸਟ ਸਮਥਿੰਗ ਟੂ ਟਾਕ ਅਬਾਊਟ ਜਿਹੜੀ ਲੋਕਾਂ ਨੂੰ ਸ਼ਾਇਦ ਇੰਟਰਸਟਿੰਗ ਲੱਗਦੀ ਹੋਵੇ ਪਰ ਇਹਦਾ ਕੋਈ ਲਿੰਕ ਜਾਂ ਕਨੈਕਸ਼ਨ ਨਹੀਂ ਹੈਗਾ ਤੇ ਇਹਦਾ ਕੋਈ ਫਾਇਦਾ ਨਹੀਂ ਹੈਗਾ. ਸਾਨੂੰ ਕੋਈ ਫਾਇਦਾ ਨਹੀਂ ਹੈਗਾ ਵੀ ਸਿਸਟਮ ਦੇ ਵਿੱਚ ਫਰਾਡ ਹੋਵੇ. ਸਾਨੂੰ ਸਮਾਂ ਤੇ ਘਾਟਾ ਹੁੰਦਾ. ਇਹ ਫਰਾਡ ਤੇ ਲੰਬੇ ਸਮੇਂ ਤੋਂ ਚੱਲ ਰਿਹਾ ਪਰ 4 ਸਾਲਾਂ ਤੋਂ ਤੇ ਮੈਂ ਹੀ ਇਹਦੇ ਖਿਲਾਫ ਆਵਾਜ਼ ਉਠਾ ਰਿਹਾ ਤੇ ਇੱਕ ਨੁਕਸਦਾਰ ਪ੍ਰੋਗਰਾਮ ਫਿਕਸ ਕਰਨ ਲਈ 4 ਸਾਲ ਬਹੁਤ ਸਮਾਂ ਹੁੰਦਾ ਜੀ. ਹਾਂਜੀ so this has been discussed with the labor minister. ਹਮੇਸ਼ਾ ਗਵਰਨਮੈਂਟ ਦੀ ਕੋਸ਼ਿਸ਼ ਇਹ ਹੈਗੀ ਆ ਵੀ ਉਹਨਾਂ ਦੇ ਸਿਸਟਮ ਫੇਅਰ ਹੋਣ as much as possible ਕਿਉਂਕਿ ਉਹਦੇ ਵਿੱਚ ਹੀ ਸਾਡਾ ਵੀ ਭਲਾ ਹੈਗਾ, ਸਾਡੇ ਲਈ ਵੀ ਬੈਸਟ ਉਹੀ ਸਿਨੈਰੀਓ ਹੈਗਾ ਐਂਡ ਕੈਨੇਡੀਅਨਸ ਦਾ ਵੀ ਉਹਦੇ ਵਿੱਚ ਹੀ ਭਲਾ ਹੈਗਾ. ਪਰ ਕੋਸ਼ਿਸ਼ ਕਰਿਓ ਕਿ ਐਕਸਪ੍ਰੈਸ ਐਂਟਰੀ ਕਾਫੀ ਕਾਮਯਾਬ ਹੈ. ਇਸੇ ਤਰੀਕੇ ਦਾ ਪੂਲ ਜਿਹੜਾ ਫੋਰਨ ਵਰਕਰਸ ਦਾ ਵੀ ਬਣਾਇਆ ਜਾ ਸਕਦਾ ਵੀ ESDC ਸਿੱਧਾ ਆਪਣਾ ਐਕਸਪ੍ਰੈਸ ਐਂਟਰੀ ਪੂਲ ਬਣਾਵੇ, ਉਹਦੇ ਵਿੱਚੋਂ ਇੰਪਲੋਇਰ ਨੂੰ ਇੰਪਲੋਈ ਖੁਦ ESDC ਰਿਕਮੈਂਡ ਕਰੇ ਤਾਂ ਕਿ ਜਿਹੜਾ ਇੰਪਲੋਇਰ ਦੇ ਹੱਥਾਂ ਵਿੱਚ ਫੋਰਨ ਵਰਕਰ ਨੂੰ ਖੇਡਣਾ ਨਾ ਪਵੇ ਡਾਇਰੈਕਟਲੀ. ਇਹ ਇੱਕ ਸੋਲੂਸ਼ਨ ਹੋ ਸਕਦਾ.
Thank you. Mr. Joel, मैं ये कहना चाहती हैगी कि तुसी community ਦੇ ਇੱਕ ਬਹੁਤ ਵਧੀਆ advocate ਹੈਗੀ ਹੋ, and actually I would say that I'm very impressed ਕਈ ਵਾਰ ਜਿਹੜੀਆਂ ਖਬਰਾਂ ਤੁਸੀਂ post ਕਰਦੇ ਹੈਗੇ ਹੋ, ਤੁਸੀਂ ਬਹੁਤ ਤੇਜ਼ੀ ਦੇ ਨਾਲ ਖਬਰਾਂ and information ਲੋਕਾਂ ਤੱਕ ਪਹੁੰਚਾਉਂਦੇ ਹੈਗੇ ਹੋ, and I really do appreciate that, and ਮੈਨੂੰ ਲੱਗਦਾ ਬਹੁਤ ਲੋਕ appreciate ਕਰਦੇ ਹੈਗੇ ਤੁਹਾਡੀ ਮਿਹਨਤ। ਠੀਕ ਹੈ ਜੀ ਰੂਬੀ ਜੀ, ਅੱਜ ਤੁਸੀਂ ਸਮਾਂ ਕੱਢਿਆ, ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਆਪਣਾ ਖਿਆਲ ਰੱਖਣਾ, ਸੇਫ ਰਹੋ। Thank you. ਥੈਂਕ ਯੂ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਆਲਰਾਈਟ, ਇੱਕ ਵਾਰੀ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਰੰਗਲਾ ਪੰਜਾਬ ਦੇ ਵਿੱਚ। ਮੈਂ ਹਾਂ ਤੁਹਾਡਾ ਦੋਸਤ ਅਤੇ ਹੋਸਟ ਅਰਸ਼ ਚਾਵਲਾ, ਐਂਡ ਤੁਸੀਂ ਇਸ ਇੰਟਰਵਿਊ ਨੂੰ ਸੁਣਿਆ ਅਤੇ ਦੇਖਿਆ, ਐਂਡ ਇਸ ਵੇਲੇ ਜੌਲ ਸਾਹਿਬ ਸਾਡੇ ਲਾਈਨ ਤੇ ਇੱਕ ਵਾਰੀ ਫਿਰ ਤੋਂ ਜੁੜ ਚੁੱਕੇ ਨੇ। ਜੌਲ ਸਾਹਿਬ, ਇੱਕ ਵਾਰੀ ਫਿਰ ਤੋਂ ਸਵਾਗਤ ਹੈ ਜੀ। ਥੈਂਕ ਯੂ ਜੀ, ਬਹੁਤ ਮਿਹਰਬਾਨੀ। ਜਿਸ ਤਰ੍ਹਾਂ ਸਾਰੇ ਸਰੋਤਿਆਂ ਦਰਸ਼ਕਾਂ ਨੇ ਸੁਣ ਲਿਆ ਜੀ, ਇਹ ਹੈ ਕਿ ਦੇਖੋ ਇਹਦੇ ਵਿੱਚ MP ਸਾਹਿਬਾਂ ਨੇ ਜਿਸ ਤਰ੍ਹਾਂ ਰੈਕੋਗਨਾਈਜ਼ ਕੀਤਾ ਵੀ ਇਹ ਪ੍ਰੋਬਲਮ ਕੋਈ ਅੱਜ ਦੀ ਨਹੀਂ, ਉਹ ਇਹ ਵੀ ਕਹਿ ਰਹੇ ਵੀ ਪਿਛਲੇ 5-6 ਸਾਲਾਂ ਦੀ ਨਹੀਂ, ਬਹੁਤ ਲੰਬੇ ਸਮੇਂ ਦੀ ਆ ਜੀ। ਹੁਣ ਆਪਾਂ ਜੋ ਪਿਛਲੇ ਪ੍ਰੋਗਰਾਮਾਂ 'ਚ ਡਿਸਕਸ ਕਰਦੇ ਆ ਰਹੇ ਹਾਂ ਤੇ ਇਹੀ ਕਹਿੰਦੇ ਆਏ ਆ ਵੀ ਕਮਿਊਨਿਟੀ ਦੇ ਵਿੱਚ ਬੱਚੇ ਨੂੰ ਇਹਦੇ ਬਾਰੇ ਪਤਾ, ਕਿਸੇ ਨਾਲ ਵੀ ਗੱਲ ਕਰਕੇ ਦੇਖ ਲਓ ਜਾਂ MP ਸਾਹਿਬਾਨਾਂ ਨੂੰ, ਜਿਨ੍ਹਾਂ ਨੂੰ ਪਿਛਲੇ 4 ਸਾਲਾਂ ਦੇ ਦੌਰਾਨ ਮੇਰੀਆਂ ਸਿੱਧੀਆਂ ਗੱਲਾਂ ਹੋਈਆਂ ਮੰਤਰੀ ਸਾਹਿਬਾਂ ਦੇ ਨਾਲ, ਕਿਸੇ ਇੱਕ ਨੇ ਵੀ ਅੱਜ ਤੱਕ ਨਹੀਂ ਕਿਹਾ ਵੀ ਇਹ ਪ੍ਰੋਬਲਮ ਤਾਂ ਹੈ ਹੀ ਨਹੀਂ, ਮੈਂ ਇਹਦੇ ਬਾਰੇ ਕੁਛ ਸੁਣਿਆ ਹੀ ਨਹੀਂ, ਵੀ ਤੁਸੀਂ ਤਾਂ ਉਦਾਂ ਹੀ ਕਰੀ ਜਾਂਦੇ ਹਨਾ ਜੀ, ਵੀ ਇਹ ਪ੍ਰੋਬਲਮ ਹੈਗੀ ਆ, ਹਰ ਕਿਸੇ ਨੂੰ ਪਤਾ ਆ। ਪਰ ਲੋਕਾਂ ਨੇ ਤਾਂ ਚਲੋ ਇਹਦੇ ਹੁਣ ਖਿਲਾਫ ਕੀ ਦਮ ਜਾਂ ਹੌਸਲਾ ਕਰਨਾ ਬੋਲਣ ਦਾ, ਵੀ ਵੈਸੇ ਕਰਨਾ ਤਾਂ ਚਾਹੀਦਾ ਜੇ ਅਸੀਂ ਕਹਿੰਦੇ ਵੀ ਅਸੀਂ ਬੜੇ ਅਣਖੀਲੇ ਹਾਂ, ਤੇ ਫਿਰ ਇੱਕ ਬੇਇਨਸਾਫੀ ਜਿਹੜੀ ਅੱਖਾਂ ਦੇ ਸਾਹਮਣੇ ਹੋ ਰਹੀ ਆ ਨਵੇਂ ਆਏ ਭੈਣ ਭਰਾਵਾਂ ਦੇ ਨਾਲ, ਉਹ ਦੇਖ ਕੇ ਚੁੱਪ ਕਿਉਂ ਆ ਹਰ ਇੱਕ ਭੈਣ ਭਰਾ ਜਿਹੜਾ ਅਣਖੀਲਾ ਆ ਜਾਂ ਅਣਖੀਲੀ ਆ, ਇਹ ਬੜੀ ਹੈਰਾਨੀ ਦੀ ਗੱਲ ਸੀ। ਸੋ ਇਹ ਹੈ ਜੀ ਵੀ ਇਹ ਜਿਹੜੀ ਪ੍ਰੋਬਲਮ ਆ ਇਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਕਹਿੰਦੇ ਜੀ ਵੀ ਅਸੀਂ ਹੌਲੀ ਹੌਲੀ ਹੱਲ ਕਰ ਰਹੇ ਹਾਂ, ਤੇ ਆਪਾਂ ਤੁਹਾਡੇ ਸਾਹਮਣੇ ਉਹਨੂੰ ਕਿਹਾ ਵੀ ਇਹ ਛੋਟਾ ਜਿਹਾ ਇੱਕ ਜਿਹੜਾ ਮਸਲਾ ਜੀ ਹੱਲ ਕਰਨਾ ਸੀ, ਇੱਕ ਪ੍ਰੋਗਰਾਮ ਹੀ ਫਿਕਸ ਕਰਨਾ ਸੀਗਾ ESDC ਦਾ, ਤੇ ਉਹਦੇ ਲਈ 4 ਸਾਲ ਤੇ ਸਫੀਸ਼ੀਐਂਟ ਟਾਈਮ ਸੀ। ਪਰ ਚਲੋ ਹੁਣ ਲੱਗੇ ਹੋਏ ਨੇ ਹੌਲੀ ਹੌਲੀ ਥੋੜੇ ਇੰਡੀਕੇਸ਼ਨ ਦੇਣੇ ਸ਼ੁਰੂ ਕਰ ਦਿੱਤੇ ਆ। ਪਰ ਜਿਹੜਾ ਇਹ ਵੀ MP ਸਾਹਿਬ ਥੋੜੀ ਬਹੁਤੀ ਹੈਲਪ ਕਰਨ, ਨਵੇਂ ਆਏ ਲੋਕ ਜਿਹੜੇ ਆ ਉਹ ਲੁੱਟੇ ਨਾ ਜਾਣ, ਪੁਰਾਣੇ ਆਏ ਹੋਏ ਲੋਕਾਂ, ਐਸਟੈਬਲਿਸ਼ਡ ਹੋਏ ਲੋਕਾਂ ਦੇ ਵੱਲੋਂ, ਤੇ ਵੀ ਇਹਦੇ ਵਾਸਤੇ MP ਕੀ ਹੈਲਪ ਕਰ ਸਕਦੇ ਆ। ਇਹਦੇ ਵਾਸਤੇ ਤਾਂ ਮੈਂ ਸੋਨੀਆ ਸਿੱਧੂ ਹੁਣਾਂ ਨੂੰ ਵੀ ਕਿਹਾ ਸੀਗਾ ਵੀ ਕੁਛ ਕਰੋ, MP ਕੋਈ ਉਪਰਾਲਾ ਕਰ ਲੈਣ। ਜੇ ਤੁਹਾਡੀ ਨਜ਼ਰ 'ਚ ਉਦਾਂ ਤੇ ਆਪਾਂ ਕਹਿ ਦਿੰਦੇ ਵੀ ਸਮਾਜ ਵਿੱਚ ਜਿਹੜੇ MP ਸਾਹਿਬ ਹੁੰਦੇ ਉਹਨਾਂ ਨੂੰ ਕੀੜੀ ਵੀ ਤੁਰੀ ਜਾਂਦੀ ਦਿਸਦੀ ਆ ਤੇ ਫਟ ਉਹ ਪ੍ਰਾਈਮ ਮਿਨਿਸਟਰ ਦੇ ਆਫਿਸ ਪਹੁੰਚ ਜਾਂਦੀ ਨਿੱਕੀ ਇਨਫੋਰਮੇਸ਼ਨ ਆ। ਏਡਾ ਵੱਡਾ ਜਾਣੇ ਇਹ ਕਰਪਸ਼ਨ ਦਾ ਜਿਹੜਾ ਜੇਨਿਆ LMIA ਦਾ, ਇਹ ਨਹੀਂ ਕਿਸੇ MP ਨੂੰ ਆਪਣੇ ਆਪ ਨਜ਼ਰ ਆਉਂਦਾ। ਆਪਣੇ ਆਪ ਤਾਂ ਕੀ ਨਜ਼ਰ ਆਉਣਾ, ਕਿਸੇ ਦੇ ਦੱਸਿਆ ਵੀ ਨਹੀਂ ਨਜ਼ਰ ਆਉਂਦਾ ਹੈ ਜੀ। ਸੋ ਵੀ ਇਹਦੇ ਬਾਰੇ ਚਲੋ ਵੀ MP ਸਾਹਿਬ ਥੋੜੀ ਬਹੁਤੀ ਸਹਾਇਤਾ ਕਰਨ, ਵੀ ਜੇ ਤੁਹਾਨੂੰ ਲੱਗਦਾ ਵੀ ਬਹੁਤ ਸਾਰੇ ਇੰਪਲੋਇਰ ਜਿਹੜੇ ਬੜੇ ਓਨੈਸਟ ਹੈ ਵੀ ਉਹ ਤੁਸੀਂ ਦੱਸਿਆ ਕਰੋ ਨਿਊ ਕਮਰਸ ਨੂੰ, ਤਾਂ ਕਿ ਵੀ ਉੱਥੇ ਜਾ ਕੇ ਉਹ ਆਪਣਾ ਕੰਮ ਕਰਵਾ ਲਿਆ ਕਰਨ। ਸੋ ਇਹ ਵੀ ਇੱਕ ਤਰੀਕੇ ਦੇ ਨਾਲ ਆਈਡੀਆ ਜਿਹੜਾ ਉਹਨਾਂ ਨੇ ਕਿਹਾ ਜੀ ਵੀ ਇਹ ਹੈ ਤਾਂ ਵਧੀਆ ਆ, ਪਰ ਇਹਦੇ ਬਾਰੇ ਚਲੋ ਹੁਣ MP ਹਰ ਇੱਕ ਇੰਪਲੋਇਰ ਦਾ ਰੈਕਡ ਉਹ ਵੀ ਨਹੀਂ ਕਰ ਸਕਦੇ। ਪਰ ਦੂਸਰੇ ਪਾਸੇ ਜਿਹੜੀ ਉਹਨਾਂ ਨੇ ਇੱਕ ਹੋਰ ਬੜੀ ਇੰਪੋਰਟੈਂਟ ਗੱਲ ਇਹਦੇ ਵਿੱਚ ਅਰਸ਼ ਕਹੀ ਆ ਨਾ, ਕਿ ਆਮ ਭੈਣ ਭਰਾ ਵੀ ਕਹਿੰਦੇ ਆ ਵੀ ਇਹ ਕਸੂਰ ਹੁਣ ਕੱਢੀਏ ਕਿਹਦਾ ਹਨਾ, ਵੀ ਤਾੜੀ ਜਿਹੜੀ ਆ ਦੋਨਾਂ ਹੱਥਾਂ ਨਾਲ ਵੱਜਦੀ ਆ। ਵੀ ਜੇ ਕੋਈ LMIA ਵੇਚਦੇ ਨੇ ਤੇ ਅਕਸਰ ਉਹਨਾਂ ਨੂੰ ਕੋਈ ਖਰੀਦਣ ਵਾਲੇ ਹੈਗੇ ਨੇ ਤੇ ਤਾਂ ਉਹ ਵਿਕਦੀ ਆ, ਕਿਉਂਕਿ ਕੋਈ ਦੁਕਾਨ ਉਹਨਾਂ ਚਿਰ ਚੱਲਦੀ ਜਿੰਨਾ ਚਿਰ ਉੱਤੇ ਗਾਹਕ ਜਾਂਦਾ। ਹੁਣ ਗਾਹਕ ਤੇ ਸਾਨੂੰ ਜਿਹੜੇ LMIA ਵੇਚਣ ਵਾਲੇ ਆਮ, ਉਹ ਆਪਾਂ ਪਿੱਛੇ ਰਿਕਾਰਡਿੰਗ ਵੀ ਪਲੇ ਕੀਤੀ ਸੀ, ਉਹ ਕਹਿੰਦੇ ਸੀ ਵੀ ਸਾਨੂੰ ਤੇ ਮੂੰਹ ਮੰਗਿਆ ਝੋਲੇ ਨਹੀਂ, ਲੋਕ ਬੋਰੇ ਭਰ ਕੇ ਫਿਰਦੇ ਆ ਡਾਲਰ, ਤੁਸੀਂ LMIA ਸਾਨੂੰ ਦਿਓ। ਹਾਂ, ਤੇ ਇਸ ਕਰਕੇ ਇਹ ਆ ਵੀ ਡਾਲਰ ਆਉਂਦੇ ਕਿਹਨੂੰ ਮਾੜੇ ਲੱਗਦੇ ਆ। ਤੇ ਉਹਨਾਂ ਨੇ ਇਹ ਕਿਹਾ ਵੀ ਜੇ ਐਕਸਪਲੋਇਟੇਸ਼ਨ ਤੋਂ ਬਚਣਾ ਹੋਵੇ, ਹੁਣ ਉਦਾਂ ਜਾਣੀ ਇਹ ਨੌਜਵਾਨ ਜਿਹੜੇ ਲੜਕੇ ਲੜਕੀਆਂ ਆਉਂਦੇ ਆ, ਚੱਲ ਸਾਨੂੰ ਬੜਾ ਮਾਣ ਹੈ ਜੀ ਵੀ ਇਹ ਬੜੇ ਪੜ੍ਹੇ ਲਿਖੇ ਨੇ, ਬੜਾ ਇਹਨਾਂ ਕੋਲ ਗਿਆਨ ਹੈ, ਬੜੀ ਇਹਨਾਂ ਕੋਲ ਨੌਲੇਜ ਹੈ, ਇਹ ਬੜੇ ਤੇਜ਼ ਨੇ। ਇੱਥੋਂ ਪੁਰਾਣੇ ਆਏ ਹੋਏ ਲੋਕਾਂ ਨੂੰ ਤਾਂ ਕਈ ਵਾਰੀ ਮੁਖਾਲਾ ਕਰਦੇ ਨਾ ਵੀ ਇਹ ਤਾਂ ਐਵੇਂ ਹੀ ਆ, ਜਾਣੀ ਅਸੀਂ ਬੜੇ ਸਿਆਣੇ ਆ। ਤੇ ਫਿਰ ਜੇ ਸਿਆਣੇ ਆ ਇਹ ਜਾਂ ਸਿਆਣੀਆਂ, ਤੇ ਇਹ ਗੱਲ ਬੜੀ ਅਚੰਭੇ ਵਾਲੀ ਆ ਵੀ ਇਹ ਲੁੱਟੇ ਕਿੱਦਾਂ ਜਾ ਰਹੀਆਂ ਹਨਾ। ਵੀ ਇਹ ਰਿਸਰਚ ਆਪਣੀ ਕਰ ਲੈਣ MP ਸਾਹਿਬ ਕਹਿੰਦੇ ਆ ਵੀ ਤੁਸੀਂ ਲੁੱਟ ਹੋਣ ਤੋਂ ਪਹਿਲਾਂ ਬੋਲੋ ਨਾ, ਵੀ ਜੇ ਹੁਣ ਕਿਸੇ ਨੇ 20-22 ਹਜ਼ਾਰ ਨਾਲੇ ਡਾਲਰ ਫੜਾਤਾ ਮੈਂ LMIA ਲੈਣੀ ਆ, ਜਦੋਂ LMIA ਨਹੀਂ ਮਿਲੀ ਤੇ ਫਿਰ ਮੈਂ ਲੁੱਟ ਹੋ ਗਿਆ ਜੀ, ਫਿਰ ਮੈਂ ਲੁੱਟ ਹੋ ਗਈ ਜੀ। ਜੇ LMIA ਜਾਣੀ ਕਿ ਮਿਲ ਗਈ ਫਿਰ ਕੁਛ ਨਹੀਂ ਹੋਇਆ ਹਨਾ। ਸੋ ਉਸ ਲਿਹਾਜ਼ ਨਾਲ ਇਹ ਆ ਵੀ ਥੋੜਾ ਜਿਹਾ ਇਹ ਲੁੱਟ ਹੋਣ ਤੋਂ ਬਚਣ ਦੇ ਲਈ, ਜਿੱਥੇ ਗਵਰਨਮੈਂਟ ਨੂੰ ਤੇ ਚਲੋ ਆਪਣਾ ਪ੍ਰੋਗਰਾਮ ਫਿਕਸ ਕਰਨਾ ਹੀ ਚਾਹੀਦਾ, ਇਹਦੇ ਤੇ ਆਪਾਂ ਕੰਮ ਦੇਖੋ ਕਰ ਰਹੇ ਹਾਂ, ਪਰ ਦੂਸਰੇ ਪਾਸੇ ਹੁਣ ਲੋਕਾਂ ਦਾ ਵੀ ਤਾਂ ਨਹੀਂ ਨਾ, ਵੀ ਉਹਨਾਂ ਨੂੰ ਵੀ ਥੋੜਾ ਜਿਹਾ ਆਪਣਾ ਹੋਮਵਰਕ ਕਰ ਲੈਣਾ ਚਾਹੀਦਾ ਵੀ ਅਸੀਂ ਇਸ ਲੁੱਟ ਤੋਂ ਕਿੱਦਾਂ ਬਚ ਸਕਦੇ ਹਾਂ। ਆ ਪਿੱਛੇ ਜੇ ਇੱਕ ਉੱਥੋਂ ਨਿਊਫਾਊਂਡਲੈਂਡ ਤੋਂ ਕਿਸੇ ਲੜਕੀ ਦਾ ਫੋਨ ਆਇਆ, ਉਹਨੇ ਜਾਣੀ ਹੁਣ ਇਹ ਕਿੱਦਾਂ ਜਾਣੀ ਕਿ ਕਾਹਲੇ ਜਾਂ ਤੇਜ਼ ਕਈ ਵਾਰ ਵਗਦੇ ਆ, ਚਲੋ ਉਮਰਾਂ ਵੀ ਐਸੀਆਂ ਹੁੰਦੀਆਂ ਨੇ ਮੰਨ ਲੈਂਦੇ ਆ, ਪਰ ਉਹ ਹਾਂਜੀ ਉਮਰ ਵੀ ਐਸੀ ਹੁੰਦੀ ਆ। ਉਹ ਕਹਿੰਦੇ ਜੀ ਵੀ ਇਹ LMIA ਦੇ ਫਰਾਡੀਆਂ ਨੇ, ਸਾਰੇ ਇੰਪਲੋਇਰ ਖਰੀਦ ਰਹੇ ਆ, ਇੰਪਲੋਇਰ ਖਰੀਦ ਲਏ ਆ।
ਵੀ ਕੈਨ ਯੂ ਬਲੀਵ ਇਟ ਵੀ ਕੈਨੇਡਾ ਜੇ ਇੱਕ ਕਿਸੇ ਮਤਲਬ 5-7-20 ਮਤਲਬ ਇੰਪਲੋਇਰ ਬੈਠੇ ਹੋਣਗੇ, ਕਿੱਡਾ ਵੱਡਾ ਕੈਨੇਡਾ ਦੇਸ਼ ਆ ਜਿਹੜਾ ਰੂਬੀ ਦੀ ਗੱਲ ਕਹਿੰਦੇ ਆ ਵੀ ਇਹਨਾਂ ਨੂੰ ਆਪਣੀ ਰਿਸਰਚ ਕਰ ਲੈਣੀ ਚਾਹੀਦੀ ਆ ਜੀ। ਉਹ ਹੁਣ ਜੇ 20-25 ਹਜ਼ਾਰ ਡਾਲਰ 'ਚ ਇਹ ਲੜਕੇ ਲੜਕੀਆਂ ਆਪ ਵਿਕਣ ਨੂੰ ਤਿਆਰ ਬੈਠੇ ਆ ਤੇ ਉਹਨਾਂ ਨੂੰ ਡਾਲਰਾਂ ਦੇ ਮਾੜੇ ਲੱਗਦੇ ਆ। ਉਹ ਤੇ ਓਨਟਾਰੀਓ ਛੱਡ ਕੇ ਤੇ ਉਹ ਨਿਊ ਬਰੰਸਵਿਕ ਤੇ ਨਿਊ ਫਾਊਂਡਲੈਂਡ ਤੱਕ ਜਿੱਥੇ ਕਦੀ ਕਿਸੇ ਬੰਦੇ ਨੇ ਪੈਰ ਨਹੀਂ ਸੀ ਰੱਖਿਆ ਉੱਥੇ ਤੱਕ ਘੁਣ ਵਾਂਗੂ ਜਾਣੀ ਹੈ LMI ਦਾ ਫਰਾਡ ਪਹੁੰਚਿਆ ਹੋਇਆ ਹਨਾ। ਪਹੁੰਚਿਆ ਕਿੱਦਾਂ ਹੋਇਆ? ਕਿਉਂਕਿ ਇਹ ਲੜਕੇ ਲੜਕੀਆਂ ਉਹਨਾਂ ਦੇ ਹੱਥਾਂ 'ਚ ਖੇਡਦੇ ਆ, ਹਾਂਜੀ ਉਹਨਾਂ ਦੀਆਂ ਉਸ ਤਰੀਕੇ ਦੀਆਂ ਐਕਸਪਲੋਇਟੇਸ਼ਨ 'ਚ ਮੰਨਦੇ ਆ। ਸੋ ਇਸ ਕਰਕੇ ਥੋੜਾ ਜਿਹਾ ਸਿਸਟਮ ਦੀ ਜੇ ਇਹ ਲੜਕੇ ਲੜਕੀਆਂ ਸਹਾਇਤਾ ਕਰਨ ਬਜਾਏ ਇਹਦੇ ਕਿ ਜਾਣੀ ਸੌਖੇ ਰਾਹ ਲੱਭ ਕੇ ਹਨਾ ਵੀ 20-25 ਹਜ਼ਾਰ ਡਾਲਰ ਦਈਏ ਤੇ ਪੱਕੇ ਹੋਈਏ, ਬਜਾਏ ਇਹਦੇ ਕਿ ਉਹ ਆਪਣੇ ਵਿੱਚ ਕੋਈ ਐਜੂਕੇਸ਼ਨ, ਕੋਈ ਐਕਸਪੀਰੀਅੰਸ, ਕੋਈ ਕੰਪੀਟੈਂਸੀ ਲੈ ਕੇ ਆਉਣ ਤੇ ਕਿੰਨੇ ਪ੍ਰੋਗਰਾਮ ਆ ਉਹ ਬਿਨਾਂ LMIA ਤੋਂ ਪੱਕੇ ਹੋ ਸਕਦੇ ਆ। ਪਰ ਉਸ ਰਾਹ ਜੇ ਤੁਰਨ ਤੇ ਤਾਂ ਹੈ ਨਾ LMIA ਵੇਚਣ ਵਾਲੀਆਂ ਦਾ ਤੇ ਵਾਲਿਆਂ ਦਾ ਬਹੁਤ ਵੱਡਾ ਕਸੂਰ ਆ। ਚਲੋ ਉਹਦੇ ਤੇ ਕੰਮ ਹੋ ਸਕਦਾ ਵੀ ਉਹ ਸਿਸਟਮ ਫਿਕਸ ਹੋਵੇ, ਪਰ ਇਹ ਲੜਕੇ ਤੇ ਲੜਕੀਆਂ ਜਿਹੜੇ ਨਵਾਂ ਜੀਵਨ ਸਿਰਜਣ ਇੱਥੇ ਆਉਂਦੇ ਆਪਣਾ ਭਵਿੱਖ, ਉਹਨਾਂ ਨੂੰ ਵੀ ਥੋੜਾ ਜਿਹਾ ਆਪਣਾ ਦਿਮਾਗ ਖੁੰਨੇ ਅਕਲ ਥੋੜੀ ਜਿਹੀ ਖੋਲਣੀ ਪੈਣੀ ਹੈ ਵੀ ਅਸੀਂ ਵੀ ਠੀਕ ਰਾਹ ਤੇ ਚੱਲ ਨਹੀਂ ਰਹੇ। ਜਦੋਂ ਅਸੀਂ 25-30-40 ਹਜ਼ਾਰ ਦੀ LMIA ਖਰੀਦਦੇ ਹਾਂ ਇਸ ਰਾਹ ਤੇ ਤੁਰ ਕੇ ਅਸੀਂ ਕਿਹੋ ਜਿਹਾ ਕੈਨੇਡਾ ਸਿਰਜਾਂਗੇ, ਕਿਹੋ ਜਿਹਾ ਆਪਣਾ ਫਿਊਚਰ ਸਿਰਜਾਂਗੇ, ਉਹ ਸੋਚਣ ਦੀ ਲੋੜ ਹੈ। ਸੋ ਇਸ ਕਰਕੇ ਥੋੜਾ ਜਿਹਾ ਇਹ ਆ ਜੀ ਕਿ ਖਰੀਦਣ ਵਾਲੇ ਤੇ ਵਾਲੀਆਂ ਨੂੰ ਵੀ ਥੋੜਾ ਜਿਹਾ ਆਪਣੀ ਸਿਆਣਪ ਤੋਂ ਕੰਮ ਲੈਣਾ ਹੋਏਗਾ। ਇਹੀ ਆਪਾਂ ਕਰਦੇ ਰਹੇ ਹਾਂ ਵੀ ਆਪਾਂ ਟਿਪ ਲਾਈਨ ਜਿਹੜੀ ਦਿੰਦੇ ਰਹੇ ਹਾਂ ਉੱਥੇ ਕਾਲ ਕੋਈ ਨਹੀਂ ਕਰਦਾ ਜੀ, ਕਾਲ ਕੋਈ ਨਹੀਂ ਕਰਦੀ ਜੀ। ਮੈਂ ਫੇਰ ਦੱਸ ਰਿਹਾ ਕਿਉਂਕਿ ਟਿਪ ਲਾਈਨ ਬਣਾਈ ਸੀ ਉਹਨਾਂ ਨੇ ਪੰਜਾਬੀ ਲੈਂਗੁਏਜ ਵਿੱਚ ਵੀ ਫੈਸਿਲਿਟੀ ਦਿੱਤੀ ਹੋਈ ਹੈ। ਇਹ ਵੀ ਕਿ ਜਿਹੜਾ ਭੈਣ ਭਰਾ ਉੱਥੇ ਕੋਈ ਕੰਪਲੇਂਟ ਜਾਂ ਇਨਫੋਰਮੇਸ਼ਨ ਫਾਈਲ ਕਰੂਗਾ ਕਿਸੇ ਮਾੜੇ ਇੰਪਲੋਇਰ ਦੀ ਜਾਂ ਜਾਣੀ ਕਿ ਜਿਹੜਾ ਵੀ ਇਹ LMIA ਤੇ ਫਰਾਡ ਵਗੈਰਾ ਕਰ ਰਿਹਾ ਜਾਂ ਕਰ ਰਹੀ ਆ, ਉਹ ਅਨੋਨਿਮਸ ਹੈ, ਗੁਪਤ ਰਹੂਗਾ, ਉਹਦਾ ਨਾਂ ਕਿਸੇ ਨੂੰ ਪਤਾ ਹੀ ਨਹੀਂ ਲੱਗਣਾ ਵੀ ਕੰਪਲੇਂਟ ਕਿਹਨੇ ਕੀਤੀ ਹੈ ਹਨਾ। ਫੇਰ ਵੀ ਕਿਸੇ ਦਾ ਅੱਜ ਤੱਕ ਦਮ ਨਹੀਂ ਪਿਆ, ਉਦਾਂ ਅਸੀਂ ਅਣਖੀ ਬਹੁਤਾ ਕਿਸੇ ਦਾ ਹੌਸਲਾ ਨਹੀਂ ਪੈ ਰਿਹਾ, ਪਰ ਫਿਰ ਵੀ ਆਪਾਂ ਨੰਬਰ ਦਈਏ ਉਹ ਹੈ ਜੀ 1-866 602 9448। ਤੁਸੀਂ ਕੋਈ ਵੀ ਹੁਣ ਆਪਾਂ ਲਾਈਨਸ ਓਪਨ ਕਰ ਰਹੇ ਹਾਂ ਜੀ, ਕਿਸੇ ਨੇ ਵੀ ਸਵਾਲ ਜਵਾਬ ਕਰਨਾ ਹੋਵੇ ਕੁਝ ਚੰਦ ਮਿੰਟ ਵਾਸਤੇ ਲਾਈਨਸ ਓਪਨ ਕਰਾਂਗੇ, ਉਸ ਤੋਂ ਬਾਅਦ ਫਿਰ the rest of the program will be continued. 9058131320 905-813-1320 905-813-1320 ਤੇ ਕੋਈ ਵੀ ਇਸ ਗੱਲ ਦੇ ਬਾਰੇ ਗੱਲਬਾਤ ਜੋ ਜੌਲ ਸਾਹਿਬ ਨੇ ਇੰਟਰਵਿਊ ਕੀਤੀ ਹੈ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ ਜੀ ਦੇ ਨਾਲ ਜੋ ਕਿ ਸਾਡੇ ਪ੍ਰੋਗਰਾਮ ਦੇ ਵਿੱਚ ਪਰਸੋਂ ਆਏ ਸਨ, ਆਪਾਂ ਉਹਨਾਂ ਬਾਰੇ ਜੋ ਬਜਟ ਬਾਰੇ ਗੱਲਬਾਤ ਕੀਤੀ ਤੇ ਹੁਣ ਜੋ LMIA ਦਾ ਫਰਾਡ ਥਾਂ ਤੇ ਹੋਣ ਜਾ ਰਿਹਾ ਹੈ, ਹੋ ਰਿਹਾ ਹੈ ਹਾਲੇ ਵੀ ਜੋ ਕਿ ਇੰਪਲੋਇਮੈਂਟ ਲੈਟਰਸ ਵਾਸਤੇ। ਸੋ ਗਿਵ ਅਸ ਅ ਕਾਲ ਇਫ ਯੂ ਵਾਂਟ ਟੂ, ਤੁਹਾਡੇ ਕੋਈ ਵੀ ਵਿਚਾਰ ਔਨ ਦੀ ਏਅਰ ਲਈ ਜਾਣਗੇ 9058131320। ਜੌਲ ਸਾਹਿਬ ਇਹ ਹੋ ਗਈ ਸੀ ਗੱਲਬਾਤ LMIA ਦੀ। ਹੁਣ ਸਭ ਤੋਂ ਵੱਡੀ ਜਿਹੜੀ ਗੱਲਬਾਤ ਜੋ ਚਰਚਾ ਦੇ ਵਿੱਚ ਆ ਰਹੀ ਕਿ ਕੀ ਪਹਿਲਾਂ ਕਾਲ ਲੜਨੇ ਆਉਂਦੀ ਹੈ। ਹੈਲੋ ਹਾਂਜੀ ਸਰ, ਸਤਿ ਸ਼੍ਰੀ ਅਕਾਲ ਜੀ ਵੀਰੇ। ਸਰ ਮੈਂ ਆਪਣੇ ਜਿਵੇਂ ਜੌਲ ਸਾਹਿਬ ਨੇ ਆਪਦੇ ਦਿੱਤੀ ਨਾ ਫੀਡਬੈਕ, ਸਰ ਬਹੁਤ ਵਧੀਆ ਲੱਗਿਆ ਜੀ। ਸਰ ਮੈਂ ਵੀ ਇੱਥੇ ਐਜ਼ ਏ ਇੰਟਰਨੈਸ਼ਨਲ ਸਟੂਡੈਂਟ ਆਇਆ ਸੀ ਤੇ ਜਿਵੇਂ ਆਪਣੇ ਜੌਲ ਸਾਹਿਬ ਹੋ ਗਏ, ਜਿਵੇਂ ਹੋਰ ਵੀ ਇੱਥੇ ਕੋਈ ਹੈਗੇ ਬੜੇ ਜਿਹੜੇ ਗਾਈਡ ਕਰਦੇ ਰਹਿੰਦੇ ਆ ਜਿਵੇਂ ਸਟੂਡੈਂਟਸ ਨੂੰ ਵੀ ਤੁਸੀਂ ਆਏ ਨਹੀਂ ਆਏ ਕਰੋ ਤੇ ਮੈਂ ਤਾਂ ਜਿਵੇਂ ਸਰ ਲੋਕਾਂ ਨੇ ਜਿਵੇਂ ਸਿਆਣੇ ਬੰਦੇ ਨੇ ਪਾਥਵੇ ਦਿਖਾਇਆ ਸੀ ਉਹੀ ਫੋਲੋ ਕੀਤਾ ਵੀ ਤੁਸੀਂ ਸਟੱਡੀ ਕੰਪਲੀਟ ਕਰੋ, ਕੋਈ ਕ੍ਰਾਈਮ 'ਚ ਇਨਵੋਲਵ ਨਾ ਹੋ, ਆਪਦਾ ਵਧੀਆ ਮਿਹਨਤ ਕਰੋ, ਦੈਨ ਆਪਦੀ ਵਧੀਆ ਨੌਕਰੀ ਜੌਬ ਫਾਈਂਡ ਕਰੋ। ਤੇ ਸਰ ਮੇਰੀ ਵਧੀਆ ਮਤਲਬ ਫ੍ਰੀ ਆਫ ਕਾਸਟ ਜਿਹੜੀ ਚਲੋ ਕੰਸਲਟੇਸ਼ਨ ਜਿਹੜੀ ਫੀਸ ਲੈਂਦੇ ਆ ਫਾਈਲ ਲਾਉਣ ਦੀ 1500-2000 ਮੇਰੇ ਪਾਸ ਉਹੀ ਲੱਗੇ ਤੇ ਮੇਰੀ ਵਧੀਆ ਉਹਨਾਂ PR ਡਨ ਹੋ ਗਈ ਸਰ। ਸਰ ਮੈਂ ਇਹਦੇ ਬਾਰੇ ਸਰ ਹੋਰ ਗੱਲ ਕਹਿਣਾ ਚਾਹੁੰਦਾ, ਸੌਰੀ ਤੁਹਾਡੀ ਵਿੱਚ ਇੰਟਰਪਟ ਕਰ ਰਿਹਾ ਜੀ ਸਰ। ਜਿਹੜਾ ਪ੍ਰੋਬਲਮ ਦੱਸਿਆ ਸਰ ਕੀ ਹੈ, ਜਿਵੇਂ ਮਤਲਬ ਮੈਂ ਇੰਡੀਆ ਤੁਸੀਂ ਸਰ ਮੈਂ ਮਤਲਬ ਮੇਰੀ ਸਟੱਡੀ ਕੀਤੀ ਸੀ ਇੰਡੀਆ ਤੋਂ, ਥੋੜਾ ਮੈਚਿਓਰਿਟੀ ਲੈਵਲ ਵੀ ਹਾਈ ਸੀ ਸਰ, ਇੰਡੀਆ ਦਾ ਐਕਸਪੀਰੀਅੰਸ ਵੀ ਉਹ ਸਭ ਕਾਊਂਟ ਹੋ ਗਿਆ, ਚਲੋ ਉਹਨਾਂ ਮੇਰੇ ਸੈੱਟ ਹੋ ਗਿਆ ਸਰ। ਜਿਹੜੇ ਜਵਾਕ ਸਰ ਛੋਟੇ ਹੁੰਦੇ ਨੇ ਜਿਵੇਂ +2 ਦੇ 18-20 ਸਾਲਾਂ ਦੇ, ਪ੍ਰੋਬਲਮ ਉੱਥੇ ਆਉਂਦੀ ਹੈ ਕਿ ਸਰ ਇੱਕ ਤਾਂ ਹੁੰਦਾ 3 ਸਾਲ ਦਾ ਵਰਕ ਪਰਮਿਟ ਆ ਸਰ, ਉਹਨਾਂ ਵਿਚਾਰਿਆਂ ਦੇ ਐਕਸਪ੍ਰੈਸ ਐਂਟਰੀ 'ਚ ਪੁਆਇੰਟ ਨਹੀਂ ਬਣ ਰਹੇ ਹੁੰਦੇ ਤੇ PNP ਸਰ ਹਰ ਕੋਈ ਨਾ ਸਰ ਜਿਵੇਂ ਤੁਹਾਨੂੰ ਮਤਲਬ ਮੈਂ ਰਿਐਲਿਟੀ ਦੱਸ ਰਿਹਾ। ਹਾਂ ਨੋ ਡਾਊਟ ਤੁਸੀਂ ਆਲ ਓਵਰ ਕੈਨੇਡਾ ਲੱਭੋਗੇ ਕੁਛ ਨਾ ਕੁਛ ਤਾਂ ਮਿਲੀ ਹੋਊਗਾ, ਬੰਦੇ ਮਿਹਨਤ ਕਰਨੀ ਚਾਹੀਦੀ ਆ ਸਰ। ਮੈਜੋਰਟੀ ਜਿਵੇਂ ਇੰਪਲੋਇਰ ਨਾ ਮਨਾ ਕਰਦੇ ਨੇ। ਮੇਰੇ ਫਰੈਂਡ ਨਾਲ ਸਰ ਆਪ ਹੋਇਆ, ਉਹ ਇਹ ਟਰੱਕਿੰਗ ਇੰਡਸਟਰੀ, ਮੈਂ ਨਾਮ ਨਹੀਂ ਲਊਂਗਾ, ਚਲੋ ਮਿਲਟਨ 'ਚ ਆ, ਉਹਨੇ ਵਿਚਾਰੇ ਨੇ ਜੌਬ ਸਟਾਰਟ ਕੀਤੀ, ਸਰੇਆਮ ਗੱਲ ਹੋਈ, ਉਹ ਕਹਿੰਦੇ US ਦੇ ਕਿਹੜੇ ਲਾਏਗਾ, ਵਧੀਆ ਕੰਮ ਕਰੇਗਾ, ਸਾਡੇ ਨਾਲ ਪ੍ਰੋਪਰ ਤੇਰਾ ਐਗਰੀਮੈਂਟ ਆ, ਤੂੰ ਟੈਨਸ਼ਨ ਨਾਲ ਅਸੀਂ ਤੁਹਾਨੂੰ ਸਪੋਰਟ ਕਰਾਂਗੇ। ਤੇ ਸਰ ਉਹਨੇ ਵਿਚਾਰੇ ਨੇ ਆਪਦੇ 9 ਮੰਥ ਪੂਰੇ ਕਰ ਲਏ, 8.5 ਮੰਥ ਜਦੋਂ ਹੋਏ ਨਾ 8 ਮੰਥ ਤੇ ਉਹਨੇ ਤਿਆਰੀ ਕਰਨੀ ਸੀ ਜਿਹੜੇ ਟਰੱਕਿੰਗ ਜਿਹੜਾ ਆਪਣੀ ਲੱਗਦੀ ਹੈ ਨਾ PR ਤੇ PNP ਲੱਗਦੀ ਆ ਅੰਟਾਰੀਓ ਇਨ ਡਿਮਾਂਡ ਸਕਿੱਲ 'ਚ। ਤੇ ਜਦੋਂ ਉਹਨੇ ਉਹਦੇ ਡਾਕੂਮੈਂਟਸ ਵਗੈਰਾ ਮੰਗੇ ਤੇ ਉਹਨਾਂ ਨੇ ਕਿਹਾ 15,000 ਦਿਨ ਦੇਣਾ ਪੈਣਾ, ਇਹ ਫੀਸ ਸਾਰਿਆਂ ਵਾਸਤੇ ਆ। ਤੇ ਬੰਦਾ ਸਰ ਉੱਥੇ ਟੁੱਟ ਜਾਂਦਾ ਵੀ ਮੇਰੇ 9 ਮਹੀਨੇ ਵੀ ਬਰਬਾਦ ਹੋ ਗਏ, 15,000 ਇੱਥੇ ਦੇਣੇ ਆ। ਇੱਕ ਉਹਨੂੰ ਡਰ ਸਤਾਉਣ ਲੱਗ ਜਾਂਦਾ ਕਿ ਮੇਰਾ ਹੁਣ 3 ਸਾਲ ਦਾ ਵਰਕ ਪਰਮਿਟ, ਜੇ ਮੇਰਾ ਵਰਕ ਪਰਮਿਟ ਨਿਕਲ ਕੇ ਮੈਂ ਕੀ ਕਰੂੰਗਾ, ਐਕਸਟੈਂਸ਼ਨ ਨਹੀਂ ਅਪਲਾਈ ਹੋਣੀ ਆ। ਤੇ ਇਸ ਦਬਾਅ ਕਰਕੇ ਨਾ ਸਰ ਲੋਕ ਫਿਰ ਮਤਲਬ ਵਿਕ ਜਾਂਦੇ। ਮਤਲਬ ਇਹ ਸੋਲੂਸ਼ਨ ਨਹੀਂ ਹੈ, ਮੈਂ ਤੁਹਾਨੂੰ ਕੋਈ ਐਕਸਕਿਊਜ਼ ਨਹੀਂ ਦੇ ਰਿਹਾ ਵੀ ਬਹੁਤ ਵਧੀਆ ਕੰਮ ਕਰ ਰਹੇ ਆ,
ਪਰ ਆ ਮਜਬੂਰੀਆਂ ਸਰ ਪੈਦਾ ਕਰ ਦਿੱਤੀਆਂ ਜਾਂਦੀਆਂ। ਜਿਵੇਂ ਮੰਨ ਲਓ ਤੋਂ ਹੁਣ ਪਹਿਲਾਂ ਕੰਮ ਕਰਾ ਲਿਆ, ਫੋਰ ਐਗਜ਼ਾਮਪਲ ਮੈਂ ਹੀ ਸੀ ਸਰ, ਮੈਂ 12 ਮਹੀਨੇ ਕੰਮ ਕੀਤਾ ਨੌਕਰੀ 'ਚ, ਮੈਂ ਸਿਕਿਉਰਿਟੀ ਸੁਪਰਵਾਈਜ਼ਰ ਸੀਗਾ ਸਰ। ਪਰ ਜੇ ਮੈਂ 11.5 ਮਹੀਨਾ ਬਾਅਦ ਮੈਂ ਉਹਦਾ ਪੇਪਰ ਵਰਕ ਰੈਡੀ ਕਰ ਰਿਹਾ ਤੇ ਮੇਰੀ ਕੰਪਨੀ ਮੈਨੂੰ ਲੱਤ ਮਾਰ ਦਿੰਦੀ ਹੈ ਫੋਰ ਐਗਜ਼ਾਮਪਲ, ਤੇ ਮੈਨੂੰ ਐਂ ਲੱਗਦਾ ਕਿ ਮੇਰਾ ਸਾਲ ਵੀ ਬਰਬਾਦ ਗਿਆ ਤੇ ਹੁਣ ਮੈਂ ਨਵਾਂ ਇੰਪਲੋਇਰ ਲੱਭੂੰਗਾ। ਉਹਦੀਆਂ ਉਹ ਕਹੂਗਾ ਪਹਿਲਾਂ ਮੇਰੇ ਕੋਲ ਕਾਕਾ ਇੰਨੇ ਮਹੀਨੇ ਕੰਮ ਕਰ, ਮੇਰੀ ਆ ਪ੍ਰੋਬੇਸ਼ਨ ਪੀਰੀਅਡ ਪੂਰਾ ਕਰ, ਫਿਰ ਮੈਂ ਤੇਰੀ ਪਰਫਾਰਮੈਂਸ ਦਊਂਗਾ, ਫਿਰ ਤੈਨੂੰ ਲੈਟਰ ਤੇ ਕਾਗਜ਼ ਦਊਂਗਾ। ਬੰਦੇ ਨੂੰ ਸਰ ਫਿਰ 3 ਸਾਲ ਦੇ ਵਰਕ ਪਰਮਿਟ ਖਤਮ ਹੋਣ ਦਾ ਡਰ ਲੱਗਣ ਲੱਗ ਜਾਂਦਾ, ਤੇ ਤਾਂ ਕਰਕੇ ਸਰ ਉਹ ਇਸ ਕੰਮ 'ਚ ਨਾ ਚਾਹੁੰਦੇ ਹੋਏ ਵੀ ਇਨਵੋਲਵ ਹੋ ਜਾਂਦਾ, ਨਾ ਚਾਹੁੰਦੇ ਹੋਏ ਵੀ ਉਹਨਾਂ ਨੂੰ ਐਂ ਲੱਗਦਾ ਵੀ ਆਪਾਂ ਪੈਸੇ ਦੇਣੇ ਬਿਨਾਂ ਕੰਮ ਦਾ ਬਣਨਾ ਨਹੀਂ, ਇਸ ਨੂੰ ਫਿਰ ਦੇ ਦਿਓ। ਆਹ ਸਰ ਹੁੰਦਾ। ਬਾਕੀ ਜੋ ਤੁਸੀਂ ਸਰ ਕਹਿ ਰਹੇ ਹੋ, ਜੋ ਤੁਸੀਂ ਕੋਸ਼ਿਸ਼ਾਂ ਕਰ ਰਹੇ ਹੋ ਸਰ, ਉਹ ਸਿਰ ਮੱਥੇ। ਹਮੇਸ਼ਾ ਜਿਵੇਂ ਸਰ ਨੇ ਗੱਲ ਕਹੀ ਸੀ, ਆਪਣੇ ਜੌਲ ਸਰ ਨੇ, ਜਿਹੜੇ ਆਪਣੇ ਪਹਿਲਾਂ ਆਏ ਨਾ, ਉਹਨਾਂ ਨੂੰ ਕਦੀ ਵੀ ਤੁਸੀਂ ਇਹ ਨਾ ਕਰੋ ਕਿ ਜਿਵੇਂ ਲੋਕ ਚਲੋ ਇੱਕ ਪਟੀਸ਼ਨ ਹੁੰਦੀ ਹੈ, ਵਿਆਹ ਕਰਾ ਕੇ ਆ ਗਏ, ਫ੍ਰੀ ਆ ਗਏ, ਆਏ ਆ ਗਏ, ਚਲੋ 100 ਕਪੜੇ ਹਰੇਕ 'ਚ ਹੁੰਦੇ ਆ, ਸਾਡੇ 'ਚ ਵੀ 100 ਨੁਕਸ ਆ, ਇਹਨਾਂ 'ਚ ਵੀ ਚਲੋ ਹੋਣਗੇ ਕਿਤੇ ਨਾ ਕਿਤੇ, ਕੋਈ ਪਰਫੈਕਟ ਨਹੀਂ ਆ। ਬਟ ਇਹਨਾਂ ਲੋਕਾਂ ਨੇ ਇੱਥੇ 10-10 20 ਸਾਲ ਇੱਥੇ ਗਾਲੇ ਆ, ਮਿਹਨਤਾਂ ਕੀਤੀਆਂ, ਇਹਨਾਂ ਦੇ ਤਜਰਬੇ ਨਾਲ ਤੁਹਾਨੂੰ ਹਮੇਸ਼ਾ ਕੁਛ ਨਾ ਕੁਛ ਵਧੀਆ ਸਿੱਖਣ ਨੂੰ ਮਿਲਦਾ ਸਰ। ਮੈਂ ਇਹੀ ਕਹਿਣਾ ਚਾਹੂੰਗਾ। ਥੈਂਕ ਯੂ ਸੋ ਮਚ ਵੀਰੇ, ਥੈਂਕ ਯੂ ਸੋ ਮਚ। ਅਰਸ਼, ਜੇ ਨੌਜਵਾਨ ਸਾਡੇ ਕੋਲ ਹੁੰਦਾ ਨਾ, ਇਹਨੂੰ 골ਡ ਮੈਡਲ ਪਾਈਏ, ਇਦਾਂ ਦੇ ਨੌਜਵਾਨ ਚਾਹੀਦੇ ਆ ਜਿਨ੍ਹਾਂ ਨੇ ਬਹੁਤ ਨੇ ਜੌਲ ਸਾਹਿਬ, ਬਹੁਤ ਨੇ। ਹਾਂ ਯੈਸ, ਮੇਰੇ ਕੋਲ ਇਹੋ ਜਿਹੇ ਨੌਜਵਾਨ ਹੈਗੇ ਆ ਜਿਨ੍ਹਾਂ ਨੇ 12 ਮਹੀਨੇ 'ਚ ਪੜ੍ਹਾਈ ਕਰਕੇ ਤੇ 1.5 ਲੱਖ ਦਾ ਪੈਕੇਜ ਵੀ ਲੈ ਲਿਆ। ਜੀ ਬਿਲਕੁਲ, ਆਪਣੇ ਦਮ ਤੇ। ਹੁਣ ਜਿਹੜੀ ਇਹ ਗੱਲ ਕਹਿੰਦੇ ਨਾ ਵੀ ਇਦਾਂ ਲੱਗਣ ਲੱਗ ਜਾਂਦਾ, ਠੋਕਰ ਜਦੋਂ ਲੱਗਦੀ ਸਾਡੇ ਪੈਰ ਨੂੰ ਜ਼ਖਮ ਹੋ ਸਕਦਾ, ਅਸੀਂ ਡਿੱਗ ਕੇ ਪੈਂਦੇ ਆ ਬਹਿ ਕੇ, ਫਿਰ ਲੇਕਿਨ ਉੱਠੇ ਹੀ ਪੈਂਦੇ ਆ। ਏਦਾਂ ਲੱਗਣ ਲੱਗ ਪੈਂਦਾ ਦਾ ਮਤਲਬ ਇਹ ਨਹੀਂਗਾ ਵੀ ਹੋਰ ਕੋਈ ਰਾਹ ਬਚਿਆ ਹੀ ਨਹੀਂਗਾ, ਉਹੀ ਤਾਂ ਵੇਲਾ ਤੁਹਾਡੇ ਸੰਭਲਣ ਦਾ। ਬਿਲਕੁਲ, ਉਹ ਠੋਕਰ ਖਾ ਕੇ ਉੱਠਣ ਦਾ ਵੇਲਾ ਹੀ ਉਸੇ ਵੇਲੇ ਤੇ ਤੁਹਾਡੀ ਜਿਹੜੀ ਆ ਉਹ ਹਿੰਮਤ ਆ ਉਹ ਪਛਾਣੀ ਜਾਣੀ, ਤੁਹਾਡੀ ਲਿਆਕਤ ਪਛਾਣੀ ਜਾਣੀ ਆ ਜੀ। ਅੱਗੇ ਪਿੱਛੇ ਤੇ ਤੁਹਾਡੇ ਨਾਲ ਸਾਰੇ ਹੱਸਦੇ ਫਿਰਦੇ ਆ। ਹਾਂਜੀ, ਪਤਾ ਤੇ ਉਦੋਂ ਲੱਗਦਾ ਜਦੋਂ ਮੁਸ਼ਕਲ ਪੈਂਦੀ ਆ ਜੀ। ਤੇ ਜੇ ਮੁਸ਼ਕਲ ਪੈਂਦੀ ਤੇ ਤੁਸੀਂ ਕਰਪਸ਼ਨ 'ਚ ਗਰਕ ਹੋ ਗਏ ਤੇ ਕਿੱਥੇ ਗਈ ਤੁਹਾਡੀ ਸਮਝ, ਕਿੱਥੇ ਗਈ ਤੁਹਾਡੀ ਬਾਣੀ, ਕਿੱਥੇ ਗਏ ਤੁਹਾਡੇ ਮੱਥੇ ਟੇਕੇ। ਇਹ ਮੁਸ਼ਕਲ ਦੇ ਵੇਲੇ ਸੰਭਲੋ, ਰਾਹ ਹੋਰ ਬਹੁਤ ਹੁੰਦੇ ਆ। ਲੱਗਣ ਲੱਗ ਪੈਂਦਾ ਦਾ ਮਤਲਬ ਇਹ ਨਹੀਂ ਵੀ ਏਦਾਂ ਹੀ ਆ, ਏਦਾਂ ਨਹੀਂ ਆ, ਬਹੁਤ ਰਾਹ ਨੇ ਇੱਥੇ, ਕੱਢਿਆ ਨਿਕਲਦੇ ਆ। ਪਰ ਕਿਉਂਕਿ ਤੁਸੀਂ ਉਸ ਵੇਲੇ ਸੌਖਾ ਰਾਹ ਲੱਭ ਲੈਂਦੇ ਆ, ਬਾਕੀ ਹੋਰ ਰਿਸਰਚ ਜਾਂ ਬਾਕੀ ਜਿੱਦਾਂ ਰੂਬੀ ਸੋਤਾ ਜੀ ਕਹਿੰਦੇ ਕਰਨ ਦੀ ਬਜਾਏ ਚਲੋ ਆ ਸੌਖਾ ਜਿਹਾ 20-25 ਹਜ਼ਾਰ 15 ਹਜ਼ਾਰ ਦੇ ਦਿੰਦੇ ਆ। ਏਦਾਂ ਹੀ ਹੁਣ 5000 ਤੋਂ 50,000 ਤੱਕ ਗੱਲ ਤਦੀ ਪਹੁੰਚ ਗਈ ਆ। ਇਹ ਆਪਣੀਆਂ ਮਜਬੂਰੀਆਂ ਗਣਾ ਕੇ ਜਾਣੀ ਉਹਨਾਂ ਦੇ ਪੈਰਾਂ 'ਚ ਡਿੱਗੀ ਜਾਂਦੇ ਆ ਤੇ ਡਿੱਗੀ ਜਾਂਦੀਆਂ ਆ, ਤੇ ਉਹ ਰੇਟ ਵਧਾਈ ਜਾਂਦੇ ਆ ਜੀ। ਜੌਲ ਸਾਹਿਬ ਸਾਰੀ ਜਾਣੀ ਕਿ ਉਹਨਾਂ ਨੇ ਆਪ ਨਹੀਂ ਪਾਉਣੀ, ਗਵਰਨਮੈਂਟ ਕੋਲੋਂ ਅਸੀਂ ਚਲੋ ਸਿਸਟਮ ਫਿਕਸ ਕਰਾਉਣ ਤੇ ਲੱਗੇ ਹੋਏ ਆ, ਪਰ ਇਹ ਲੜਕੇ ਲੜਕੀਆਂ ਨੂੰ ਆਪਣੇ ਦਿਮਾਗ ਤੋਂ ਕੰਮ ਲੈਣਾ ਪੈਣਾ, ਇਹਨਾਂ ਨੂੰ ਮਜਬੂਰੀਆਂ ਗਨਾਉਣੀਆਂ ਆਪਣੀਆਂ ਬੰਦ ਕਰਨੀਆਂ ਪੈਣਗੀਆਂ ਜੀ। ਜੌਲ ਸਾਹਿਬ ਸਾਰੀਆਂ ਕਾਲਰ ਫਲੈਸ਼ ਕਰੀਏ ਆਪਾਂ 1 by 1 ਸਾਰੀਆਂ ਕਾਲਰ ਫਟਾਫਟ ਲੈ ਲਈਏ ਜੀ। ਨੈਕਸਟ ਕਾਲ ਆਉਂਦੀ ਹੈ 905 813 1320। ਹੈਲੋ ਟੋਰਾਂਟੋ ਕਾਲਰ, ਤੁਸੀਂ ਲਾਈਨ ਤੇ ਹੋ ਵੀਰੇ, ਤੁਹਾਡੀ ਆਵਾਜ਼ ਆ ਰਹੀ ਹੈ। ਹੈਲੋ, ਚਲੋ ਜੀ ਨੈਕਸਟ ਕਾਲ ਆਉਂਦੀ ਹੈ ਜੀ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਰ ਵਿਜ਼ਟਰ ਬਾਰੇ ਵੀ ਕਹਿੰਦੇ ਸੀਗੇ ਵੀ ਕਰਾਂਗੇ ਕੁਝ ਨਾ ਕੁਝ, ਕੀਤਾ ਕੋਈ? ਵਿਜ਼ਟਰ ਬਾਰੇ ਜਿਉਂ ਹੀ ਕੀਤਾ ਸੀ ਆਪਾਂ ਦੱਸਿਆ ਵੀ ਸੀ, ਪਰ ਤੁਸੀਂ ਸੁਣ ਲਓ, ਕੋਈ ਨਹੀਂ, ਬਹੁਤ ਮਿਹਰਬਾਨੀ ਜੀ, ਥੈਂਕ ਯੂ ਸੋ ਮਚ ਜੀ। ਕਿਉਂਕਿ ਵਿਜ਼ਟਰਸ ਵਾਸਤੇ ਆ ਜੀ ਕੋਈ ਬਹੁਤੀਆਂ ਜ਼ਿਆਦਾ ਨਹੀਂ ਐਪਲੀਕੇਸ਼ਨਸ ਗਈਆਂ, ਕੋਈ 1000-1200 ਗਈਆਂ ਹਲੇ, ਪਰ ਅਪਰਚੁਨਿਟੀ ਹੈਗੀ ਆ। ਜੇ ਕਿਸੇ ਨੇ ਵਰਕ ਪਰਮਿਟ ਮਤਲਬ ਉਹ ਕੰਡੀਸ਼ਨਸ ਪੂਰੀਆਂ ਕਰਕੇ ਅਪਲਾਈ ਕਰਨਾ, ਉਹ ਕਰ ਸਕਦੇ ਆ। ਤੇ ਸਪੈਸ਼ਲੀ ਜਾਣੀ ਕਿ ਇਹ ਕੋਵਿਡ ਕਰਕੇ ਜਿਹੜੇ ਵਾਪਸ ਨਹੀਂ ਜਾ ਸਕੇ, ਕਾਫੀ ਸਟਰਗਲ ਉਹਦੇ ਵਿੱਚ ਰਹੀ। ਸੋ ਹਰ ਇੱਕ ਤਰ੍ਹਾਂ ਜਿਹੜੀ ਆ ਜੀ ਵੀ ਇਹ ਗਵਰਨਮੈਂਟ ਕਿਸੇ ਨੂੰ ਪਨਿਸ਼ ਨਹੀਂ ਕਰ ਰਹੀ ਕੋਵਿਡ-19 ਕਰਕੇ, ਨਾ ਸਟੂਡੈਂਟਸ ਨੂੰ, ਵਰਕਰਸ ਨੂੰ, ਵਿਜ਼ਿਟਰਸ ਨੂੰ, ਕਿਸੇ ਨੂੰ ਵੀ ਨਹੀਂ, ਹਨਾ। ਹਰ ਇੱਕ ਕੋਲ ਜੇ ਕੋਈ ਨਾ ਕੋਈ ਐਕਸਕਿਊਜ਼ ਹੋਗਾ, ਉਹਨੂੰ ਅਕੋਮੋਡੇਟ ਕਰਨ ਦੀ ਕੋਸ਼ਿਸ਼ ਹੈ। ਸੋ ਜ਼ਰੂਰ ਕੁਛ ਨਾ ਕੁਛ ਹੋ ਸਕਦਾ। ਆਲ ਦ ਲਾਈਨਸ ਆਰ ਫਲੈਸ਼ਿੰਗ। ਧੰਨਵਾਦ ਹੈ ਸਾਰੇ ਕਾਲਰਸ ਦਾ। ਥੋੜਾ ਜਿਹਾ ਪਲੀਜ਼ ਪੇਸ਼ੈਂਟ ਰੱਖ ਲੈਣਾ। ਆਈ ਵਿਲ ਗੈਟ ਟੂ ਯੂ ਰਾਈਟ ਨਾਓ। 905 813 1320। ਹੈਲੋ ਟੋਰਾਂਟੋ ਕਾਲਰਸ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰੇ, ਸਰੀਰ ਬੋਲਦਾ ਭਾਜੀ। ਜੌਲ ਸਾਹਿਬ ਉਹਨਾਂ ਨਾਲ ਗੱਲ ਕਰਨੀ ਸੀਗੀ ਜੀ। ਤੁਸੀਂ ਆਨ ਦੀ 에ਅਰ ਹੋ ਜੀ, ਗੋ ਹੈਡ। ਹਾਂਜੀ, ਉਹਨਾਂ ਨੇ ਭਾਈ ਦੱਸਿਆ ਸੀ ਕੋਈ ਫਾਰਮੂਲਾ ਦੱਸਿਆ ਸੀ ਆਪਾਂ ਕਰੋਨਾ ਨੂੰ, ਜਿੱਦਾਂ ਮੰਨ ਆਪਣੇ ਗਲੇ ਵਾਸਤੇ ਜਾਂ ਨੱਕ ਵਾਸਤੇ, ਉਹਦੇ ਬਾਰੇ ਰਿਪੀਟ ਕਰ ਦੇਣਗੇ ਪਲੀਜ਼? ਅੱਛਾ, ਆਪਾਂ ਏਦਾਂ ਕਰੀਏ, ਤੁਹਾਨੂੰ ਭੇਜ ਦਿਓ, ਅੱਜ ਪਲੇ ਕਰ ਦਿਓ। ਮੈਂ ਜ਼ਰੂਰ ਪਲੇ ਕਰ ਦਾਂਗਾ। ਨੈਕਸਟ ਕਾਲ ਆਉਂਦੀ ਹੈ, ਲੈ ਲੈਣੇ ਆਪਾਂ। ਹੈਲੋ ਟੋਰਾਂਟੋ ਕਾਲਰਸ। ਚਲੋ ਜੀ ਨੈਕਸਟ ਕਾਲ ਆਉਂਦੀ ਹੈ। ਹੈਲੋ ਟੋਰਾਂਟੋ ਕਾਲਰ ਜੀ। ਚਲੋ ਜੀ, ਪਤਾ ਨਹੀਂ ਕੋਈ ਪ੍ਰੋਬਲਮ ਆ ਰਹੀ ਹੈ ਸਾਨੂੰ ਇੱਥੇ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਹਾਂਜੀ ਜੀ, ਤੁਸੀਂ ਆਨ ਦੀ 에ਅਰ ਹੋ ਜੀ। ਤੁਸੀਂ ਆਨ ਦੀ 에ਅਰ ਹੋ ਜੀ, ਆਨ ਦੀ 에ਅਰ ਹੋ ਜੀ। ਹਾਂਜੀ ਓਕੇ ਮੈਂ ਇਹ ਮੇਰੇ ਮਨ ਦੇ ਵਿੱਚ ਇਹ ਇੱਕ ਸਵਾਲ ਆ ਵੀ ਜੇਕਰ EMPLOYER ਜਿਹੜਾ ਆ ਉਹ ਲੈਟਰ ਨਹੀਂ ਦਿੰਦਾ
ਤੇ ਉਹਦਾ ਆਲਟਰਨੇਟਿਵ ਇਹ ਨਹੀਂ ਹੈਗਾ ਵੀ ਆਪਾਂ CRA ਕੋਲੋਂ, ਕਿਉਂਕਿ ਉਹ ਜਿੱਥੇ ਉਹ ਟੈਕਸ ਕੱਟਿਆ ਜਾਂਦਾ ਉੱਥੋਂ ਉਹਦਾ ਰੈਕਡ ਮਿਲ ਸਕਦਾ। But I don't think CRA will give them, you don't have the right to ask for personal detail. ਨਹੀਂ, ਉਹ ਜਿਹੜਾ ਬੰਦਾ ਉੱਥੇ ਟੈਕਸ ਦਾ ਫਾਰਮ ਭਰਦਾ ਉਹਦੇ ਕੋਲੋਂ ਮਿਲ ਹੀ ਜਾਊਗਾ, ਉਹਦੇ ਕੋਲੋਂ ਲੈਟਰ, ਉਹਦੇ ਕੋਲ ਤਾਂ ਆਲਰੇਡੀ ਜਿਹੜਾ ਉਹ ਪ੍ਰੂਫ ਹੋ ਸਕਦਾ। ਜੀ ਜੋਲ ਸਾਹਿਬ ਠੀਕ ਹੈ ਜੀ, ਬਹੁਤ ਮਿਹਰਬਾਨੀ, ਧੰਨਵਾਦ। ਇਹ ਵੈਸੇ ਅਸੀਂ ਜਿਹੜਾ ਆਲਟਰਨੇਟਿਵ ਇਹਦਾ ਆਲਰੇਡੀ ਭੈਣ ਭਰਾਵਾਂ ਨੂੰ ਦਿੱਤਾ ਹੋਇਆ, ਜਿਹੜੇ ਸਾਡੇ ਨਿਊਜ਼ ਬੁਲੇਟਿਨ ਨਾਲ ਜੁੜੇ ਹੋਏ ਨੇ ਉਹਨਾਂ ਕੋਲ ਪਹਿਲੇ ਦਿਨ ਤੋਂ ਹੀ ਆਲਟਰਨੇਟਿਵ ਹੈਗਾ। ਜੇ ਕੋਈ ਇੰਪਲੋਇਰ ਖੇਖਣ ਕਰਦਾ, ਨਖਰੇ ਕਰਦੀ ਆ ਵੀ ਅਸੀਂ ਤੁਹਾਨੂੰ ਇੰਪਲੋਇਮੈਂਟ ਲੈਟਰ ਨਹੀਂ ਦੇਣਾ, ਟਾਈਮ ਵੇਸਟ ਕੀਤਾ ਜਾ ਰਿਹਾ ਜੀ, ਜਾਂ ਕੋਈ ਪੈਸੇ ਪੂਸੇ ਜਾਂ ਇੱਦਾਂ ਦਾ ਕੋਈ ਲਾਲਚ ਆ, ਕੋਈ ਲੋੜ ਨਹੀਂ ਉਹਦਾ ਬਹੁਤਾ ਪਿੱਛਾ ਕਰਨ ਦੀ। ਹਰ ਇੱਕ ਵਿਅਕਤੀ ਜਿਹਨੇ ਇੱਥੇ ਵਰਕ ਕੀਤਾ, ਇੰਪਲੋਇਮੈਂਟ ਕੀਤੀ ਆ, ਉਹਦੇ ਕੋਲ ਉਹਦਾ ਕੋਈ ਨਾ ਕੋਈ ਸਫੀਸ਼ੀਐਂਟ ਜਾਣੀ ਕਿ ਐਵੀਡੈਂਸ ਹੁੰਦਾ ਹੈ, ਉਹਨੇ ਚੈੱਕ ਲਏ ਹੁੰਦੇ ਆ, ਉਹਨੇ ਆਪਣੇ ਜਿਹੜੇ ਬੈਨੀਫਿਟ ਆ EIA ਪੇ, PI ਪੇ ਕੀਤੀ ਹੁੰਦੀ ਹੈ। T4 ਤੇ ਸਾਰਾ ਕੁਝ ਆਉਂਦਾ ਜੋਲ ਸਾਹਿਬ, ਹਨਾ ਜੀ। ਸੋ T4 ਤੇ ਸਭ ਕੁਝ ਹੈਗਾ। ਉਹ ਟੈਕਸ ਉਹਨੇ ਜਿਹੜਾ ਉਹ ਮਤਲਬ CRA ਕੋਲ ਫਾਈਲ ਕੀਤਾ ਹੁੰਦਾ। ਉਸ ਤਰ੍ਹਾਂ ਦੇ ਰੈਕਡ ਦੇ ਨਾਲ ਇੰਪਲੋਇਰ ਨੂੰ ਇੰਪਲੋਇਮੈਂਟ ਐਕਸਪੀਰੀਅੰਸ ਦਾ ਲੈਟਰ ਦੇਣਾ ਪਏਗਾ। ਯੈਸ, ਹੀ ਹੈਜ਼ ਟੂ। ਜੋ ਰਿਫਿਊਜ਼ ਕਰਦਾ ਤੇ ਅਸੀਂ ਟਿਪ ਲਾਈਨ ਤੁਹਾਨੂੰ ਦਿੱਤੀ ਹੋਈ ਆ, ਰਿਫਿਊਜ਼ ਕਰਕੇ ਦੇਖੇ ਤਾਂ ਸਹੀ। ਤੁਸੀਂ ਉਸ ਰਾਹ ਤੇ ਤੁਰਦੇ ਨਹੀਂ ਨਾ। ਸਾਡੇ ਜਿਹੜੇ ਲਿਸਨਰਸ ਨੇ ਨਾ, ਸਾਡੇ ਜਿਹੜੇ ਦਰਸ਼ਕ ਨੇ, ਘਬਰਾਉਣ ਦੀ ਲੋੜ ਨਹੀਂ ਹੈ ਇਸ ਚੀਜ਼ ਦੇ ਵਿੱਚ। ਆਪਣੇ ਮਾਲਕਾਂ ਨੂੰ ਪੁੱਛੋ ਕਿ ਬਾਈ ਜੀ ਮੈਂ ਟੈਕਸ ਅਪਲਾਈ ਕਰਨਾ, ਤੁਸੀਂ ਸਾਨੂੰ ਲੈਟਰ ਦਿਓ, ਸਾਨੂੰ ਆ ਦਿਓ। ਦੇ ਹੈਵ ਟੂ ਗਿਵ ਇਟ। ਨਹੀਂ ਦਿੰਦੇ ਤਾਂ ਬਸ। ਤੇ ਮੈਂ ਕਹਿੰਦਾ ਵੀ ਤੁਸੀਂ ਸਿਸਟਮ ਬਹੁਤ ਸਟਰੋਂਗ ਆ ਜੀ। ਇਹਨਾਂ ਲੋਕਾਂ ਨੇ ਆਪਣੀਆਂ ਕਮਜ਼ੋਰੀਆਂ ਕਰਕੇ ਸਿਸਟਮ ਦਾ ਸਤਿਆਨਾਸ਼ ਕੀਤਾ ਹੋਇਆ ਜੀ। ਤੁਸੀਂ ਸਿਸਟਮ ਨੂੰ ਸਪੋਰਟ ਕਰਦੇ ਹੀ ਨਹੀਂ ਜੀ। ਤੁਸੀਂ ਉਸ ਫਰਾਡੀਏ ਨੂੰ, ਬੇਈਮਾਨ ਨੂੰ ਸਪੋਰਟ ਕਰਦੇ ਹੋ ਜਿਹੜਾ ਤੁਹਾਨੂੰ ਕਹਿੰਦਾ ਵੀ 15,000 ਲਿਆਓ, 25,000। ਤੁਸੀਂ ਉਧਰ ਝੋਲਾ ਢੇਰੀ ਕਰ ਦਿੰਦੇ ਆ। ਜੀ ਜੀ ਜੀ। ਜਿਹੜਾ ਸਿਸਟਮ ਤੁਹਾਨੂੰ ਫ੍ਰੀ ਚ ਹੈਲਪ ਕਰਨ ਨੂੰ ਤਿਆਰ ਆ, ਤੁਸੀਂ ਉਧਰ ਨੂੰ ਆਉਂਦੇ ਹੀ ਨਹੀਂ। ਜੋਲ ਸਾਹਿਬ ਲਈਏ ਨੈਕਸਟ ਕਾਲ ਆਉਂਦੀ ਹੈ ਜੀ। ਹੈਲੋ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਭਾਜੀ। ਲੈਣ ਕੱਟੀ ਕੇ ਮੈਂ ਉਹੀ ਪਤਾ ਕਰਨਾ ਸੀ ਭਾਜੀ ਤੁਹਾਨੂੰ ਜੋਲ ਸਾਹਿਬ ਨਾਲ। ਜੀ ਗੋ ਹੈਡ। ਜੀ। ਨਹੀਂ, ਫਾਰਮ ਤੁਹਾਨੂੰ ਅਸੀਂ ਭੇਜ ਦਾਂਗੇ ਜੀ। ਉਹ ਫਿਰ ਇਦਾਂ ਮੈਨੂੰ ਟੈਕਸਟ ਮੈਸੇਜ ਕਰੋਗੇ ਭਾਜੀ? ਹਾਂਜੀ। ਤੁਸੀਂ ਜੋਲ ਸਾਹਿਬ ਦੇ, ਤੁਸੀਂ ਉਹਨਾਂ ਦੇ ਜੋ ਨਿਊਜ਼ ਬੁਲੇਟਿਨ ਆਉਂਦਾ ਉਹ ਤੇ ਤੁਸੀਂ ਸ਼ਾਮਲ ਹੋ ਜਾਓ ਜੀ। ਨੰਬਰ ਜੋਲ ਸਾਹਿਬ ਦਾ ਤੁਹਾਨੂੰ ਦੇ ਦੇਣਾ ਜੀ, ਨੋਟ ਕਰ ਲਓ ਜੀ। ਰੈਡੀ ਹੋ? ਹਾਂਜੀ। 416 ਜੀ 895 3784 ਠੀਕ ਹੈ ਜੀ, ਥੈਂਕ ਯੂ ਸੋ ਮਚ ਜੀ। 905 813 1320 905 813 1320 905 813 1320। ਅਸੀਂ ਇਸ ਵਿਸ਼ੇ ਬਾਰੇ 5 ਮਿੰਟ ਹੋਰ ਗੱਲਬਾਤ ਕਰਾਂਗੇ। ਤੁਸੀਂ ਕੋਈ ਵੀ ਆਪਣੇ ਵਿਚਾਰ ਦੇਣਾ ਚਾਹੁੰਦੇ ਹੋ ਤਾਂ 905 813 1320 ਤੇ ਵਿਚਾਰ ਦਿੱਤੇ ਜਾ ਸਕਦੇ ਨੇ। ਸੋ ਜੋਲ ਸਾਹਿਬ, ਮੇਰਾ ਇਹੀ ਮਤਲਬ ਆ, ਜਿਹੜੇ ਸਾਡੇ ਦਰਸ਼ਕ ਨੇ, ਜਿਹੜੇ ਸਾਡੇ ਸਰੋਤੇ ਨੇ, ਜਿਹੜੇ ਸਾਡੇ ਸਟੂਡੈਂਟਸ ਨੇ, ਸਪੈਸ਼ਲੀ ਜਿਹੜੇ ਨਵੇਂ, ਉਹ ਜਿਹੜੇ 18 19 20 ਸਾਲ ਜਿਹੜੇ ਡਰਦੇ ਨੇ, ਝਿਜਕਦੇ ਨੇ ਕਿ ਬਾਈ ਸਾਡੇ ਨਾਲ ਆ ਨਾ ਹੋ ਜਾਵੇ, ਆਹ ਪਤਲੀ ਗਲੀ ਆ, ਆਹ ਫੜ ਲੈਣੇ ਆ। ਨੋ, ਜਸਟ ਤੁਸੀਂ ਆਪਣੇ ਇੰਪਲੋਇਰਸ ਤੋਂ ਪੂਰੀ ਡੀਟੇਲ, ਆਪਣੀ T4 ਤੁਹਾਨੂੰ ਆਉਂਦੀ ਹੈ, ਤੁਸੀਂ ਐਸ ਜੇ ਚੈੱਕ ਲੈਂਦੇ ਹੋ ਤਾਂ ਫਿਰ ਤਾਂ ਇਹ T4 ਤਾਂ ਆਉਂਦੀ। ਜੇ ਕੈਸ਼ ਲੈਂਦੇ ਹੋ ਤਾਂ ਫਿਰ ਤਾਂ ਉਹਦਾ ਕੋਈ ਟ੍ਰੇਸੇਬਲ ਹੀ ਨਹੀਂ ਹੈ। ਯਾ ਦੇਖੋ ਜੀ ਭਈ, ਅਸੀਂ ਅੱਗੇ ਵੀ ਕਿਹਾ, ਉਹ ਕੱਲ ਵੀ ਫੋਨ ਆਇਆ ਸੀ, ਕਹਿੰਦਾ ਜੀ ਅਸੀਂ ਕੈਸ਼ ਹੋਟਲ ਬੁੱਕ ਕਰਾਇਆ ਸੀ। ਹੁਣ ਤੁਸੀਂ ਦੇਖੋ ਕਿ ਆਪਾਂ ਮਤਲਬ ਗੱਲਾਂ ਤੇ ਆਪਣੀਆਂ ਬਹੁਤ ਬੜੀਆਂ, ਆਪਾਂ 10 20 50 ਡਾਲਰ ਪਿੱਛੇ ਜਾਣੀ ਕਰਦੇ ਕੀ ਹਨਾ, ਲੁੱਟ ਹੋਣ ਲਈ ਆਪ ਮਾਹੌਲ ਤਿਆਰ ਕਰਦੇ ਆ ਜੀ। ਫਿਰ ਅਸੀਂ ਕਹਿੰਦੇ ਵੀ ਜਿਹੜੇ ਲੋਕ ਇਹ ਕੈਸ਼ ਕੰਮ ਕਰਨੋਂ ਏਦਾਂ ਨਹੀਂ ਹਟਦੇ ਜਾਂ ਹਟਦੀਆਂ, ਵੀ ਉਹ ਆਪਣੇ ਸਮਾਨ ਦੀਆਂ ਆਪ ਜ਼ਿੰਮੇਵਾਰ ਹੁੰਦੀਆਂ ਜਾਂ ਹੁੰਦੇ ਆ ਜਦੋਂ ਉਹਨਾਂ ਦਾ ਭਰਿਆ ਭਰਾਇਆ ਭਾਂਡਾ ਰੁੜ ਜਾਂਦਾ ਹਨਾ। ਸੋ ਇਹ ਜੇ ਤੇ ਕੈਸ਼ ਤੇ ਕੀਤਾ ਹੋ ਤੇ ਫਿਰ ਉਹਨਾਂ ਨੇ ਤਾਂ ਉਹਦੇ ਤੇ ਕੰਸੀਕੁਐਂਸਿਸ ਹੈਗੇ ਹੀ ਆ ਨਾ, ਭੁਗਤਣੇ ਆ। ਸੋ ਇਸੇ ਕਰਕੇ ਲੇਕਿਨ ਕਿ ਜਿਨ੍ਹਾਂ ਨੇ ਸਿਸਟਮ ਦੇ ਵਿੱਚ ਰਹਿ ਕੇ ਆਪਣਾ ਇੰਪਲੋਇਮੈਂਟ ਦਾ ਐਕਸਪੀਰੀਅੰਸ ਬਣਾਇਆ, ਹੁਣ ਅੱਜ ਸਵੇਰੇ ਸੈਲਫ ਇੰਪਲੋਇਡ ਦੇ ਕਿੰਨੇ ਕਾਲਸ ਆਏ ਜੀ, ਇਹਨਾਂ ਲਈ ਵੀ ਕੁਝ ਹੋਣਾ ਚਾਹੀਦਾ। ਚਲੋ ਉਹ ਤਾਂ ਹੁਣ ਗਾਂ ਮੌਕੇ ਦੀਆਂ ਗੱਲਾਂ ਨਾ, ਪਰ ਜਿਨ੍ਹਾਂ ਨੇ ਵਾਕਿਆ ਜਾਣੀ ਕਿ ਇੰਪਲੋਇਮੈਂਟ ਬੇਸਡ ਐਕਸਪੀਰੀਅੰਸ ਗੇਨ ਕੀਤਾ, ਭਾਵੇਂ ਪਾਰਟ ਟਾਈਮ ਵੀ ਕੀਤਾ, ਉਹਦਾ ਉਹਨਾਂ ਦੇ ਕੋਲ ਸਫੀਸ਼ੀਐਂਟ ਐਵੀਡੈਂਸ ਮੌਜੂਦ ਹੈ। ਬੇਸਡ ਔਨ ਦੈਟ ਐਵੀਡੈਂਸ ਕੋਈ ਇੰਪਲੋਇਰ ਜੁਰਤ ਨਹੀਂ ਕਰ ਸਕਦਾ ਕਿ ਉਹਨੂੰ ਟਾਈਮ ਬਾਉਂਡ ਉਹ ਲੈਟਰ ਐਕਸਪੀਰੀਅੰਸ ਦਾ ਨਾ ਬਣਾ ਕੇ ਦੇਵੇ, ਨਾ ਵੀ ਬਣਾ ਕੇ ਦੇਵੇ ਤੇ ਉਹਦੇ ਕੋਲ ਐਕਸਪੀਰੀਅੰਸ ਪ੍ਰੂਵ ਕਰਨ ਲਈ ਸਫੀਸ਼ੀਐਂਟ ਐਵੀਡੈਂਸ ਸੈਕੰਡਰੀ ਹੁੰਦੇ ਆ, ਜਿਨ੍ਹਾਂ ਨੂੰ ਕਿ ਆਧਾਰ ਬਣਾਇਆ ਜਾ ਸਕਦਾ। ਉਸ ਇੰਪਲੋਇਰ ਨੂੰ ਗਵਰਨਮੈਂਟ ਆਪਣੇ ਆਪ ਹੀ ਮਜਬੂਰ ਕਰ ਦਊਗੀ ਕਿ ਜੇ ਫਰਜ਼ ਕੀਤਾ ਉਹ ਇੰਪਲੋਇਮੈਂਟ ਲੈਟਰ ਨਹੀਂ ਦੇ ਰਹੇ। ਵੈਸੇ ਤੇ ਜਿਹੜੇ ਇੰਪਲੋਇਰ ਵੈਸੇ ਹੁਣ ਅੱਗੇ ਨਾਲੋਂ ਥੋੜ੍ਹੇ ਜਿਹੇ ਹੁਣ ਕੰਨ ਖੜੇ ਹੁੰਦੇ ਜਾ ਰਹੇ ਸਾਰਿਆਂ ਦੇ, ਕਿਉਂਕਿ ਜਿੰਨਾ ਕਿ ਇਹ LMIA ਦਾ ਫਰਾਡ ਹੁਣ ਹਾਈਲਾਈਟ ਹੋ ਚੁੱਕਾ ਓਟਵਾ ਤੱਕ ਵੀ ਹਨਾ, ਹਾਈਐਸਟ ਲੈਵਲ ਤੱਕ, ਤੇ ਇਹਦੇ ਨਾਲ ਹੀ ਫਿਰ ਹੁਣ ਜਿਉਂ ਇਹ ਫਰਾਡਾਂ ਦੀਆਂ ਗੁੱਥੀਆਂ ਖੁੱਲਦੀਆਂ ਜਾ ਰਹੀਆਂ, ਨੌਜਵਾਨ ਭੈਣ ਭਰਾ ਹਰ ਕਿਸੇ ਤੁਹਾਡੇ ਇਹੋ ਜਿਹੇ ਪ੍ਰੋਗਰਾਮਾਂ ਦੇ ਨਾਲ ਇਨਕਰੇਜ ਹੁੰਦੇ ਆ। ਅਸੀਂ ਸਿਸਟਮ ਦਾ ਸਾਥ ਦੇਣਾ, ਅਸੀਂ ਕੈਨੇਡਾ ਦੇ ਵਿੱਚ ਇੱਥੇ ਬੈਟਰ ਲਾਈਫ ਜੇ ਆਪਣੀ ਬਣਾਉਣ ਆਏ ਆ। ਅਸੀਂ ਬੇਈਮਾਨਾਂ ਫਰਾਡੀਆਂ ਦਾ ਸਾਥ ਦੇ ਕੇ ਥੋੜ੍ਹਾ ਬੈਟਰ ਕੈਨੇਡਾ ਜਾਂ ਬੈਟਰ ਫਿਊਚਰ ਬਣਾਉਣਾ, ਅਸੀਂ ਸਿਸਟਮ ਦਾ ਸਾਥ ਦੇ ਕੇ ਬਣਾਉਣਾ। ਜਿਹੜੇ ਸਿਸਟਮ ਕਰਕੇ ਇਹ ਦੁਨੀਆ ਨੰਬਰ 1 ਸੀ, ਦੁਨੀਆ ਦਾ ਨੰਬਰ 1 ਦੇਸ਼ ਅੱਜ ਵੀ ਹੈ। ਤੁਸੀਂ ਅੱਜ ਦੀ ਉਹ 2021 ਦੀ ਲਿਸਟ ਦੇਖ ਲਓ,
ਦੁਨੀਆ ਦੇ ਵਿੱਚ ਟੌਪ ਦਾ ਦੇਸ਼ ਕਿਹੜਾ? ਕੈਨੇਡਾ। ਆਪਣੇ ਸਿਸਟਮ ਕਰਕੇ ਹੀ ਆ ਜੀ। ਅਸੀਂ ਲੋਕਾਂ ਨੇ ਇਹਨੂੰ ਫੇਲ ਕੀਤਾ ਹੋਇਆ, ਇਹ ਅਸੀਂ ਇਹਦੇ ਨੁਕਸ ਕੱਢੀ ਜਾਂਦੇ ਇੱਥੇ ਆ ਕੇ, ਉੱਥੋਂ ਭੱਜ ਕੇ ਅਰਦਾਸਾਂ ਕਰਕੇ ਮਸੀਹਾਂ ਨੇ ਵੀ ਕੈਨੇਡਾ ਚੱਲੇ ਆ, ਇੱਥੇ ਆ ਕੇ ਨੁਕਸੇ ਨਹੀਂ ਸਾਡੇ ਕੋਲ ਮੁੱਕਦੇ, ਨੁਕਸੇ ਕੱਢੀ ਤੁਰੇ ਜਾਂਦੇ ਜੀ। ਜੌਲ ਸਾਹਿਬ ਆਪਾਂ ਲਾਸਟ 2 ਹੋਰ ਕਾਲਸ ਲੈ ਲਈ ਫਟਾਫਟ। we'll take the next call on the air ਜੀ। ਹੈਲੋ, ਸਤਿ ਸ਼੍ਰੀ ਅਕਾਲ ਯਾਰ ਜੀ, ਕੀ ਹਾਲ ਚਾਲ ਆ ਮਹਾਰਾਜ? ਤੁਸੀਂ ਸੁਣਾਓ ਜੀ। ਬਹੁਤ ਵਧੀਆ। ਤੁਹਾਡੇ ਪ੍ਰੋਗਰਾਮ ਸੁਣ ਕੇ ਰੂਹ ਖੁਸ਼ ਹੋ ਜਾਂਦੀ। ਤੁਹਾਡੇ ਡੈਡ ਦਾ ਪ੍ਰੋਗਰਾਮ ਰਾਤ ਰੋਜ਼ ਰਾਂਦੇ ਕੰਮ ਤੇ ਰੋਜ਼ ਸੁਣੀਦਾ। ਥੈਂਕ ਯੂ ਸੋ ਮਚ। ਇੱਕ ਮੇਰਾ ਜੌਲ ਸਾਹਿਬ ਨੂੰ ਕੰਸਰਨ ਸੀ। ਮੈਂ ਹੁਣੇ ਕਿਸੇ ਪਲਾਜੇ 'ਚ ਨਿਕਲਿਆ, ਨਾਂ ਨਹੀਂ ਲੈਣਾ ਜੀ, ਲਈਓ ਵੀ ਨਾ ਉੱਥੋਂ। ਨਹੀਂ ਮੈਂ ਤੁਹਾਨੂੰ ਦੱਸਣ ਲੱਗਾ, ਮੈਂ ਉੱਥੋਂ ਗੱਡੀ ਆਪਣੀ ਕੱਢ ਰਿਹਾ। ਹਾਂਜੀ। ਅਸੀਂ ਵੀ ਇੱਥੇ ਜਿੱਦਾਂ ਕਹਿੰਦੇ ਇਮੀਗ੍ਰੇਸ਼ਨ ਲੈ ਕੇ ਆਏ ਸੀ, ਠੀਕ ਨਹੀਂ ਜੀ। ਜਿਹੜੇ ਬੰਦੇ ਨੂੰ ਇਮੀਗ੍ਰੇਸ਼ਨ ਦੇਣ ਦੀ ਗੱਲ ਕੀਤੀ ਜਾ ਰਹੀ ਆ, ਉਹਨਾਂ ਨੂੰ ਥੋੜੇ ਜਿਹਾ ਰੂਲ ਐਂਡ ਰੈਗੂਲੇਸ਼ਨ ਵੀ ਸਮਝਾਉਣੇ ਚਾਹੀਦੇ ਆ। ਹੁਣ ਮੈਂ ਨੰਗਿਆ ਤਾਂ ਮੇਰੇ ਗੱਡੀ ਲਿਆ ਕੇ ਉਹਨੇ ਮੋਰੇ ਰਹਿ ਪਏ, ਇੱਕ ਗਿੱਟ ਦਾ ਫਰਕ ਰਹਿ ਗਿਆ ਵਿੱਚ ਵੱਜਣ ਤੇ। ਇਹ ਜਿਹੜੇ ਸਟੂਡੈਂਟ ਆਉਂਦੇ ਆ ਨਾ, ਇਹਨਾਂ ਨੂੰ ਇਹ ਇਮੀਗ੍ਰੇਸ਼ਨ ਦੇਣ ਤੋਂ ਪਹਿਲਾਂ, ਜਿੱਦਾਂ ਤੁਹਾਡੇ ਡੈਡ ਤੇ ਮੈਂ ਜਿਸ ਟਾਈਮ ਤੇ ਆਏ ਸੀ 92 93 ਦੇ ਵਿੱਚ, ਉਦੋਂ ਸਮਝਾਇਆ ਜਾਂਦਾ ਸੀਗਾ ਵੀ ਆਹ ਰੂਲ ਇੱਥੇ ਏਦਾਂ ਆ, ਠੀਕ ਨਹੀਂ? ਇਹ ਬਹੁਤ ਜ਼ਿਆਦਾ ਕੰਮ ਪਲਾਜਿਆਂ ਦੇ ਵਿੱਚ ਖਰਾਬ ਆ। ਇਹ ਮੇਰਾ ਰਾਈਟ ਨਾਓ ਕੰਸਰਨ ਵਾ। ਹੁਣ ਮੈਂ ਕਹੀ ਮੇਰੇ ਮੋਹਰੇ ਗੱਡੀ ਲਿਆ ਕੇ ਲਾਤੀ ਅਗਲੇ ਜੀ 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 ਜੀ। ਇਹ ਮੇਰਾ ਜੌਲ ਸਾਹਿਬ ਇਹ ਵੀ ਮੁੱਦਾ ਜ਼ਰੂਰ ਉਠਾਉਣ ਕੋਸ਼ਿਸ਼ ਕਰਨ, ਜਿੱਦਾਂ ਵੀ ਲਿਬਰਲ ਵਾਲੇ ਹੋਏ ਜਾਂ ਜਿਹੜੀ ਵੀ ਹੈਗੇ ਆ, ਠੀਕ ਨਹੀਂ ਜੀ। ਇਹ ਮੇਰਾ ਕੰਸਰਨ ਆ ਰਹੀ। ਥੈਂਕ ਯੂ ਵੈਰੀ ਮਚ। ਥੈਂਕ ਯੂ ਵੀਰੇ, ਥੈਂਕ ਯੂ ਸੋ ਮਚ। ਮਿਹਰਬਾਨੀ। ਗੱਲ ਤੇ ਹੈ ਜੀ ਵੀ ਬੜੇ ਪਿਆਰ ਦੇ ਨਾਲ ਗੱਲ ਕੀਤੀ ਵੈਸੇ ਜੇ ਦੇਖਿਆ ਜਾਵੇ, ਬੜੇ ਸਿੱਧੇ ਤੀਰ ਦੇ ਨਾਲ ਕਿ ਸੱਟ ਵੀ ਨਾ ਲੱਗੇ। ਇਸ ਤਰ੍ਹਾਂ ਦੇ ਸੰਜਮ ਵਾਲੇ ਸਿਟੀਜ਼ਨ ਸਾਨੂੰ ਚਾਹੀਦੇ। ਬਹੁਤ ਮਿਹਰਬਾਨੀ। ਗੱਲ ਇਹ ਦੇਖੋ, ਪਹਿਲੀ ਗੱਲ ਤੇ ਇਹ ਵੀ ਸਮਝਾਇਆ ਉਹਨੂੰ ਜਾ ਸਕਦਾ ਜਿਹੜਾ ਸਮਝਣ ਨੂੰ ਤਿਆਰ ਹੋਵੇ। ਨੰਬਰ 1 ਤਾਂ ਰਹੇਗੀ ਗੱਲ ਇਹ। ਬਹੁਤ ਸਾਰੇ ਹੁਣ ਦੇਖੋ, ਇੱਥੇ ਅਸੀਂ ਕਿਸੇ ਨੇ ਵੈਲਫੇਅਰ ਲੈਣੀ ਹੋਵੇ ਤੇ ਉਹ ਪਤਾ ਲੱਗੇ ਹੀ ਜਾਂਦਾ ਉਹਨੂੰ ਵੀ ਇਹ ਮੈਨੂੰ ਕਿੱਦਾਂ ਮਿਲਣੀ ਆ, ਝੱਟ ਪਤਾ ਲੱਗ ਜਾਂਦਾ ਹਨਾ। ਅਫੋਰਡੇਬਲ ਹਾਊਸ ਲੈਣਾ ਹੋਵੇ, ਹਰ ਇੱਕ ਨੂੰ ਝੱਟ ਪਤਾ ਲੱਗ ਜਾਂਦਾ। ਮੇਰੇ ਕੋਲ ਇੱਥੇ ਇਹੋ ਜਿਹੀਆਂ ਐਗਜ਼ਾਮਪਲਸ ਆ ਵੀ ਜਿਨ੍ਹਾਂ ਨੇ ਅਫੋਰਡੇਬਲ ਹਾਊਸ ਲਏ ਵੀ ਆ ਡਰਾਮੇਬਾਜ਼ੀਆਂ ਕਰਕੇ, ਉਹ ਕਿਰਾਏ ਤੇ ਦਿੱਤੇ ਹੋਏ ਆ, ਮੈਨੂੰ ਪਤਾ। ਸੋ ਇਹੋ ਜਿਹੇ ਕੰਮ ਸਾਨੂੰ ਪਤਾ ਲੱਗ ਜਾਂਦਾ। ਤੇ ਇੱਥੇ ਆ ਕੇ ਗੱਡੀ ਕਿੱਦਾਂ ਪਾਰਕ ਕਰਨੀ ਜਾਣੀ ਉਹ ਨਹੀਂ ਸਾਨੂੰ ਪਤਾ ਲੱਗਾ ਹਨਾ। ਤੇ ਟਰੱਕ ਜਾਣੀ ਕਿ ਕਿੱਦਾਂ ਉਹ ਰਾਹਾਂ 'ਚ ਅਸੀਂ ਲਾ ਕੇ ਕਾਫੀਆਂ ਲੈਣ ਚਲੇ ਜਾਂਦੇ ਆ। ਅੱਜ ਤੋਂ 20 ਸਾਲ 25 ਸਾਲ ਪਹਿਲਾਂ ਇੱਥੇ ਸੀ ਏਦਾਂ। ਸੋ ਕਹਿਣ ਦਾ ਮਤਲਬ ਇਹ ਆ ਵੀ ਰਿਸਪੌਂਸਿਬਿਲਿਟੀ ਆ। ਜੇ ਹੁਣ ਹਰ ਗੱਲ ਅਸੀਂ ਕਹੀਏ ਵੀ ਪੁਲਿਸਾਂ ਨਹੀਂ ਕਰਦੀਆਂ, ਸਰਕਾਰਾਂ ਨਹੀਂ ਕਰਦੀਆਂ, ਉਹਨਾਂ ਨੇ ਹੁਣ ਕੱਲੇ ਦੇ ਘਰੇ ਆ ਕੇ ਪੈਰਾਂ 'ਚ ਨਹੀਂ ਆ ਕੇ ਡਿੱਗ ਕੇ ਦੇਖਣਾ ਵੀ ਤੂੰ ਠੀਕ ਚੱਲ ਰਿਹਾ ਕਿ ਗਲਤ ਚੱਲ ਰਹੀ ਆ। ਹਰ ਇੱਕ ਬੰਦੇ ਦੀ ਰਿਸਪੌਂਸਿਬਿਲਿਟੀ ਆ। ਇਹ ਦੁਨੀਆ ਦਾ ਨੰਬਰ 1 ਦੇਸ਼ ਇਸੇ ਕਰਕੇ ਸੀ ਕਿ ਰਿਸਪੌਂਸਿਬਲ ਸਿਟੀਜ਼ਨ ਹਨਾ। ਉਹਨਾਂ ਦੀ ਐਜੂਕੇਸ਼ਨ ਹੀ ਇੰਨੀ ਸਟਰੋਂਗ ਆ। ਸਮਝਾਉਣ ਦੇ ਇਹ ਸਾਰੇ ਰਾਹ ਤਰੀਕੇ ਹੈਗੇ ਆ। ਹੌਲੀ ਹੌਲੀ ਚਲੋ ਠੇਡੇ ਖਾ ਕੇ ਫਿਰ ਸਾਰਾ ਕੁਝ ਤਬਾਹ ਕਰਕੇ ਇਹਨਾਂ ਨੂੰ ਅਕਲ ਆ ਵੀ ਜਾਂਦੀ ਆ, ਪਰ ਆਪਾਂ ਸਮਝਦੇ ਹਾਂ ਵੀ ਥੋੜਾ ਜਿਹਾ ਇਹ ਪਹਿਲਾਂ ਹੀ ਅਕਲ ਕਰਨ, ਕਿਉਂਕਿ ਇੱਥੇ ਤਬਾਹ ਹੋਣ ਕੋਈ ਆਇਆ ਨਹੀਂ। ਤਬਾਹ ਉਹ ਆਪਣੀਆਂ ਏਦਾਂ ਮਜਬੂਰੀਆਂ ਗਣਾ ਕੇ, ਕਿਉਂਕਿ ਮਜਬੂਰੀਆਂ ਗਣਾ ਕੇ ਅਸੀਂ ਪੰਜਾਬ ਤਬਾਹ ਕਰ ਲਿਆ, ਹਵਾ ਵੀ ਤਬਾਹ ਕਰ ਲਈ, ਪਾਣੀ ਵੀ ਤਬਾਹ ਕਰ ਲਿਆ, ਸਾਰੀ ਦੁਨੀਆ 'ਚ ਖਿੱਲਰ ਗਈ ਨਿਕਲ ਕੇ ਉੱਥੋਂ ਗੁਰੂਆਂ ਦੀ ਵਰਸੋਈ ਹੋਈ ਧਰਤੀ ਤੋਂ, ਕੌਮ ਸਾਰੀ ਦੀ ਸਾਰੀ। ਤੇ ਫਿਰ ਮਤਲਬ ਅਸੀਂ ਠੀਕ ਠਾਕ ਹੈਗੇ ਆ। ਤੇ ਜਿਹੜੇ ਦੇਸ਼ 'ਚ ਜਾਂਦੇ ਉਹਨਾਂ ਦੀਆਂ ਗਲਤੀਆਂ ਕੱਢਣ ਲੱਗ ਪਏ ਨੇ। ਗਲਤੀ ਕੋਈ ਨਾ ਕੋਈ ਆਪਣੇ 'ਚ ਕੱਢਣੀ ਸੀ, ਕੱਢਦੇ ਆ ਉਹਨਾਂ 'ਚ ਜਾ ਕੇ ਜਿੱਥੇ ਅਸੀਂ ਜਾਂਦੇ ਆ ਭੱਜ ਕੇ। ਇਸ ਕਰਕੇ ਥੋੜਾ ਜਿਹਾ ਅਸੀਂ ਆਪਾਂ ਵਿਚਾਰੀਏ ਗੱਡੀ ਪਾਰਕ ਕਿੱਦਾਂ ਕਰਨੀ ਆ, ਸਭ ਕੁਝ ਸਾਹਮਣੇ ਆ। ਇਹ ਹੁਣ ਆਪਣੇ ਕੈਰੈਕਟਰ ਤੇ ਕਿਰਦਾਰ ਤੇ ਨਿਰਭਰ ਕਰਦਾ। ਵੈਸੇ ਨਹੀਂ ਤੇ ਗੱਡੀ ਦਾ ਤੁਸੀਂ ਨੰਬਰ ਨੋਟ ਕਰ ਲੈਣਾ ਚਾਹੀਦਾ, ਪਲੇਟ ਦੀ ਥੋੜੀ ਜਿਹੀ ਤੁਹਾਨੂੰ ਬਣਾ ਲੈਣੀ ਚਾਹੀਦੀ ਉਹਦੀ ਵੀਡੀਓ ਕਲਿੱਪ, ਤੇ ਸਭ ਕੁਝ ਹੋ ਸਕਦਾ। ਜੌਲ ਸਾਹਿਬ ਕੱਲ ਦੇ ਪ੍ਰੋਗਰਾਮ ਦੇ ਵਿੱਚ ਖੁੱਲਾ ਟਾਈਮ ਹੋਵੇਗਾ ਸਾਡੇ ਕੋਲ। ਅੱਜ ਥੋੜੀ ਜਿਹੀ ਸਾਡੇ ਕੋਲ ਸਾਰੀਆਂ ਕਾਲਾਂ ਫਲੈਸ਼ ਕਰ ਰਹੀਆਂ ਨੇ ਜੌਲ ਸਾਹਿਬ, ਬਟ ਅਗੇਨ ਟਾਈਮ ਸਾਨੂੰ ਆਗਿਆ ਨਹੀਂ ਦੇ ਰਿਹਾ। ਕੱਲ ਜੌਲ ਸਾਹਿਬ ਮੈਂ ਇੱਕ ਟੌਪਿਕ ਤੁਹਾਡੇ ਵਾਸਤੇ, ਆਪਾਂ ਇੱਕ ਵੀਡੀਓ ਵਾਇਰਲ ਹੋਈ, ਯਾਰ ਉਹਨੂੰ ਇੱਕ ਵਾਰ ਤੁਸੀਂ ਦੇਖੀ ਕਿ ਨਹੀਂ। ਇੱਕ ਘਰ ਦੇ ਵਿੱਚ 14 ਤੋਂ 16 ਸਟੂਡੈਂਟਸ ਰਹਿ ਰਹੇ ਨੇ, ਐਂਡ ਗਲਤੀ ਵਿਚਾਰੇ ਸਟੂਡੈਂਟਾਂ ਦੀ ਨਹੀਂ ਹੈ ਇਹਦੇ ਵਿੱਚ। ਜਿਹੜਾ ਲੈਂਡਲੋਰਡ ਹੈ ਨਾ, ਉਹ ਜਿਹੜੀ ਇੱਕ ਵਿਚਾਰੀ ਕੁੜੀ ਕਹਿੰਦੀ ਕਿ ਮੈਮ ਕਿ ਸਾਡਾ ਇੱਥੇ ਦਮ ਘੁੱਟਦਾ ਪਿਆ ਆ, ਸਾਡੇ ਜਿੰਨੇ ਆਪਾਂ ਪੈਸੇ ਦਿੱਤੇ ਉਹ ਵਾਪਸ ਕਰ ਦਿਓ, ਅਸੀਂ ਜਾਈਏ ਇੱਥੋਂ, ਬਿਕਾਜ਼ ਤੁਸੀਂ ਓਵਰ ਕਰਾਊਡ ਕਰ ਰਹੇ ਹੋ ਉਸਨੂੰ। ਐਂਡ ਅਗੇਨ ਇਟਸ ਨਾਟ ਸਟੂਡੈਂਟਸ ਫਾਲਟ, ਉਹਨਾਂ ਨੂੰ ਤਾਂ ਥਾਂ ਚਾਹੀਦੀ ਹੈ ਰਹਿਣ ਨੂੰ, ਠੀਕ ਹੈ ਜੀ। ਇਹ ਜਿਹੜੇ ਲੈਂਡਲੋਰਡਸ ਨੇ ਨਾ, ਆਪਾਂ ਉਹਨਾਂ ਬਾਰੇ ਗੱਲਬਾਤ ਕਰਾਂਗੇ। ਜੌਲ ਸਾਹਿਬ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਪਲੀਜ਼ ਥੋੜ੍ਹਾ ਜਿਹਾ ਆਪਣਾ ਹੋਮਵਰਕ ਵੀ ਰੈਡੀ ਰੱਖਣਾ, ਬਿਕਾਜ਼ ਇਹ ਵੀਡੀਓ ਆਪਾਂ ਜ਼ਰੂਰ ਪਲੇ ਕਰਾਂਗੇ ਕੱਲ੍ਹ। ਐਂਡ ਆਈ ਵਾਂਟ ਟੂ ਗੈਟ ਟੂ ਦ ਬੋਟਮ ਆਫ ਦਿਸ ਕਿ ਆਪਾਂ ਤਾਂ ਬਸ ਪੈਸਾ ਪਿੱਛੇ ਹੀ ਪਾਗਲ ਹੋ ਰਹੀ ਹੈ ਦੁਨੀਆ। ਆਈ ਸਵੇਅਰ ਟੂ ਗॉड, ਕਿੰਨਾ ਕੁ ਪੈਸਾ ਤੁਸੀਂ ਬਣਾ ਲਓਗੇ? ਆਈ ਨੋ, ਦੇਖੋ ਇਹ ਕਲਿੱਪ ਮੇਰੇ ਕੋਲ ਉੱਥੇ ਸਰੀ ਦਾ ਆ ਜੀ, ਤੇ ਉਹ ਨਾ ਵੀ ਹੁਣ ਗੱਲ ਤੇ ਗਰੀਡ ਹੈ। ਫਿਰ ਇਹਦੇ ਵਿੱਚ ਇਹ ਕਲਿੱਪ ਅਨਦਰ ਐਗਜ਼ਾਮਪਲ ਆ ਕਿ ਸਾਡਿਆਂ ਨੂੰ ਲੁੱਟ ਰਹੇ ਆ। ਐਂਡ ਉਹ ਚਾਰੀ ਕਹਿ ਰਹੀ ਆ, ਆਂਟੀ ਜੀ ਸਾਨੂੰ ਸਾਡਾ ਦੇ ਦਿਓ, ਤੁਸੀਂ ਕੋਈ ਗੱਲ ਨਹੀਂ, ਤੁਸੀਂ ਜਿੰਨੂੰ ਮਰਜ਼ੀ ਰੱਖਣਾ ਰੱਖ ਲਓ, ਇੱਥੇ ਸਾਨੂੰ ਜਾਣ ਦਿਓ। ਮੈਂ ਜਦੋਂ ਸਾਡਿਆਂ ਕਹਿੰਦਾ ਨਾ, ਉਹਦਾ ਮਤਲਬ ਇਹ ਹੈ
ਇੱਥੇ ਹਰ ਇੱਕ ਕਮਿਊਨਿਟੀ 'ਚ ਇਦਾਂ ਹੀ ਆ, ਜੇ ਚਾਈਨਾ ਦੇ ਆਏ ਆ ਤੇ ਉਹ ਚਾਈਨਾ ਵਾਲਿਆਂ ਨੂੰ ਲੁੱਟ ਰਹੇ, ਜਿਹੜੇ ਪੁਰਾਣੇ ਲੋਕ ਆਏ ਉਹ ਹਨਾ। ਜੇ ਹੋਰ ਕੋਈ ਫਿਲੀਪੀਨ ਜਾਂ ਹੋਰ ਕੋਈ ਕੋਈ ਵੀ ਕਮਿਊਨਿਟੀ ਯੂ ਨੇਮ ਇਟ, ਕੋਈ ਅਰਬੀ ਦੇਸ਼ ਤੋਂ ਲੈ ਲਓ, ਉਧਰੋਂ ਲੈ ਲਓ, ਉਹ ਆਪੋ ਆਪਣਿਆਂ ਦੇ ਦੁਆਲੇ ਜਾਣੀ ਕਿ ਹੋਏ ਉਹ ਆ ਸਾਰੇ। ਹਰ ਇੱਕ ਬੰਦਾ ਇੱਥੇ ਬੈਟਰ ਲਾਈਫ ਲਈ ਆਇਆ ਸੀ, ਲੁੱਟ ਮਾਰ ਕਰਨ ਕੋਈ ਨਹੀਂ ਸੀ ਆਇਆ, ਨਾ ਕੋਈ ਆਈ ਸੀ। ਪਰ ਇੱਥੇ ਆ ਕੇ ਆਪਣੇ ਕਾਰੋਬਾਰ, ਆਪਣੇ ਘਰ ਸਥਾਪਿਤ ਕਰਕੇ ਜਿਹੜਾ ਵੀ ਤਰੀਕਾ ਜਾਣੀ ਲੁੱਟ ਮਾਰ ਕਰਨ ਦਾ, ਆਪਣੇ ਗਰੀਡ ਨੂੰ ਪੂਰਾ ਕਰਨ ਦਾ ਮਿਲਦਾ, ਉਹ ਅਸੀਂ ਲੱਭ ਰਹੇ ਹਾਂ। ਨਾਲ ਅਸੀਂ ਕਹਿੰਦੇ ਵੀ ਅਸੀਂ ਬੈਸਟ ਬਹੁਤ ਹਾਂ, ਸਾਡੇ ਵਰਗਾ ਅਣਖੀਲਾ ਹੋਰ ਕੋਈ ਹੈ ਨਹੀਂ ਹੈ। ਨਾਲ ਅਸੀਂ ਕਹਿੰਦੇ ਵੀ ਨੁਕਸ ਕੈਨੇਡਾ ਵਿੱਚ ਆ, ਸਾਡੇ ਵਿੱਚ ਨਹੀਂ ਆ। ਮੈਂ ਦੱਸਦੇ ਹਾਂ ਕਿ ਜਦੋਂ ਇੱਥੋਂ ਆਉਣ ਤੋਂ ਅਸੀਂ ਤਾਲੇ ਲੈਂਦੇ ਸੀ ਇੰਡੀਆ ਦੇ ਵਿੱਚ, ਉਦੋਂ ਵੀ ਇਹ ਕੈਨੇਡਾ ਇਹੀ ਸੀ, ਉਦੋਂ ਵੀ ਇਹ ਕੈਨੇਡਾ ਦਾ ਸਿਸਟਮ ਇਹੀ ਸੀ, ਜਦ ਸਾਨੂੰ ਉੱਥੇ ਬੈਠਿਆਂ ਨੂੰ ਬਹੁਤ ਚੰਗਾ ਲੱਗਦਾ ਸੀ। ਇਹ ਸਿਸਟਮ ਮੈਂ ਫੇਰ ਭੈਣ ਭਰਾਵਾਂ ਨੂੰ ਕਹਿੰਦਾ, ਹੱਥ ਜੋੜ ਕੇ ਤੁਹਾਡੇ ਪੈਰਾਂ 'ਚ ਸਿਰ ਰੱਖ ਕੇ, ਇਹ ਸਿਸਟਮ ਬਹੁਤ ਵਧੀਆ ਆ। ਇਹਨੂੰ ਐਵੇਂ ਇਗਨੋਰੈਂਸ ਦੇ ਵਿੱਚ ਕਮਜ਼ੋਰ ਨਾ ਦੱਸੋ। ਇਹ ਦੁਨੀਆ ਦਾ ਨੰਬਰ 1 ਦੇਸ਼ ਆ, ਇਹਨੂੰ ਸਟਰੋਂਗ ਕਰੋ, ਸਿਸਟਮ ਨੂੰ ਥੋੜਾ ਜਿਹਾ ਨਾਲ ਚੱਲੋ, ਆਪਣੇ ਲਾਲਚਾਂ ਨੂੰ ਤਿਆਗੋ ਤੇ ਸਭ ਕੁਝ ਠੀਕ ਹੋ ਸਕਦਾ ਹੈ। ਸਾਰੇ ਕਾਲਰਸ ਪਲੀਜ਼ ਲਾਈਨਾਂ ਰਿਲੀਜ਼ ਕਰ ਦੇਣ। ਤੁਸੀਂ ਸਾਨੂੰ ਬਹੁਤ ਪਿਆਰ ਦੇ ਰਹੇ ਹੋ, ਥੈਂਕ ਯੂ ਸੋ ਮਚ। ਤੇ ਕੱਲ ਦੇ ਪ੍ਰੋਗਰਾਮ ਦੇ ਵਿੱਚ ਖੁੱਲੀਆਂ ਗੱਲਾਂ ਬਾਤਾਂ ਹੋਰ ਇਸ ਦੇ ਬਾਰੇ ਟੌਪਿਕ ਆਪਾਂ ਅੱਗੇ ਚੈਪਟਰ 2 ਪੇਸ਼ ਕਰਾਂਗੇ, ਐਂਡ LMIA ਦੇ ਬਾਰੇ ਤੇ ਜਿਹੜੇ ਲੈਂਡਲੋਰਡਸ ਦੇ ਬਾਰੇ ਗੱਲਬਾਤ ਕਰਾਂਗੇ ਕੱਲ ਜੌਲ ਸਾਹਿਬ ਦੇ ਨਾਲ ਡਿਟੇਲ ਦੇ ਵਿੱਚ। ਕੋਸ਼ਿਸ਼ ਕਰਾਂਗੇ ਕੋਈ ਸਾਡਾ ਮੈਂਬਰ ਪਾਰਲੀਮੈਂਟ ਜਾਂ MPP ਹਾਜ਼ਰ ਹੋਵੇ ਤਾਂ ਅਸੀਂ ਉਹਨਾਂ ਦਾ ਇਸ ਦੇ ਤਹਿ ਤੱਕ ਜਾਈਏ, ਬਿਕਾਜ਼ ਬਹੁਤ ਹੋ ਗਿਆ ਜੀ। ਇਟ ਇਜ਼ ਇਨਫ। ਇਹ ਜੋ ਵੀਡੀਓ ਦੇਖ ਕੇ ਤਾਂ ਮੈਨੂੰ ਤਰਸ ਵੀ ਆਇਆ ਨਿਆਣਿਆਂ ਤੇ ਕਿ ਉਹਨਾਂ ਨੂੰ ਇੱਕ ਸਪੈਸ਼ਲੀ ਕੋਵਿਡ ਟਾਈਮ ਦੇ ਵਿੱਚ ਚੱਲ ਰਿਹਾ, ਤੁਸੀਂ ਥੋੜਾ ਜਿਹੀ ਰਾਹਤ ਦੇ ਲਓ ਉਹਨਾਂ ਨੂੰ, ਐਂਡ ਕਾਫੀ ਇਨਸੈਂਟਿਵ ਸਰਕਾਰ ਦੇ ਰਹੀ ਹੈ। ਸੋ ਉਹ 'ਚੋਂ ਵੀ ਇਹਨਾਂ ਨੇ ਪੈਸੇ ਲੈਣੇ ਆ ਤੇ ਇਹ 'ਚੋਂ ਹੀ ਪੈਸੇ ਲੈਣੇ ਆ। ਸੋ ਦੇਖੋ ਜੀ, ਅਰਸ਼ ਲਾਲਚਾਂ ਦੇ ਵਿੱਚ ਲੁੱਟਮਾਰ ਦਾ ਕੰਮ ਵਧਿਆ, ਪਤਾ ਕਿਉਂ ਹੋਇਆ? ਕਿਉਂਕਿ ਕਿਸੇ ਦੇ ਘਰ ਲੱਗੀ ਬਸੰਤਰਾ ਜੇ ਆਪਣੇ ਨੂੰ ਨਹੀਂ ਲੱਗੀ ਵੀ ਆਪਾਂ ਕੀ ਲੈਣਾ। ਬਿਲਕੁਲ ਇਹਨਾਂ ਕੰਮਾਂ 'ਚ ਪਏ ਹੋਏ ਆ ਨਾ। ਨਹੀਂ ਤਾਂ ਟਿਪ ਲਾਈਨ 1000 ਵਾਰ ਨਹੀਂ ਦਿੱਤੀ, ਹਰ ਮਹੀਨੇ 2 ਵਾਰੀ ਨਹੀਂ ਦਿੰਦੇ। ਹੈ ਕਿਸੇ ਦੇ ਕੰਨ ਤੇ ਜੂੰ ਸਰਕੀ ਕਿ ਮੇਰੀ ਕੋਈ ਰਿਸਪੌਂਸਿਬਿਲਿਟੀ ਆ, ਮੇਰੀ ਜੇਬ 'ਚ ਕੈਨੇਡੀਅਨ ਪਾਸਪੋਰਟ ਆ? ਨਹੀਂ। ਅਸੀਂ ਕੀ ਲੈਣਾ, ਅਸੀਂ ਕੀ ਲੈਣਾ ਕਰਕੇ ਇਹ ਲਾਲਚੀਆਂ ਦਾ, ਬੇਈਮਾਨਾਂ ਦਾ ਇੱਥੇ ਜਿਹੜੀ ਚੜ੍ਹਤ ਆ ਉਹ ਬਣੀ ਹੋਈ ਆ। ਇਹ ਚੜ੍ਹਤ ਨੂੰ ਜੇ ਤੁਸੀਂ ਥੋੜਾ ਜਿਹਾ ਥਾਂ ਸਿਰ ਟਿਕਾਣੇ ਕਰਨਾ, ਆਪਣੇ ਦਿਮਾਗ ਟਿਕਾਣੇ ਕਰਨੇ ਪੈਣਗੇ ਹਰ ਇੱਕ ਨੂੰ। ਜੀ ਜੌਲ ਸਾਹਿਬ, ਥੈਂਕ ਯੂ ਸੋ ਮਚ ਫॉर ਦਿਸ ਵੰਡਰਫੁਲ ਸੈਗਮੈਂਟ, ਤੇ ਕੱਲ ਇਹਦੇ ਬਾਰੇ ਗੱਲਬਾਤ ਡਿਟੇਲ ਦੇ ਵਿੱਚ ਕਰਾਂਗੇ ਜੀ। ਥੈਂਕ ਯੂ ਸੋ ਮਚ ਜੌਲ ਸਾਹਿਬ। ਸੋ ਇਹ ਸਾਂਸੀ ਸਤਪਾਲ ਸਿੰਘ ਜੌਹਲ, ਐਂਡ ਤੁਸੀਂ ਉਹਨਾਂ ਦਾ ਨੰਬਰ ਇੱਕ ਵਾਰੀ ਸਾਡੇ ਦਰਸ਼ਕਾਂ ਨੇ ਜਾਂ ਸਰੋਤਿਆਂ ਨੇ ਨੰਬਰ ਨੋਟ ਡਾਊਨ ਕਰ ਲਓ ਜੀ, 4168953784 4168953784। ਐਂਡ ਕੱਲ ਦੇ ਪ੍ਰੋਗਰਾਮ ਦੇ ਵਿੱਚ ਇਹ ਜੋ ਵੀਡੀਓ ਚਰਚਾ ਹੋ ਰਹੀ ਹੈ ਇਸ ਦੇ ਬਾਰੇ, ਬਿਕਾਜ਼ ਬੀਇੰਗ ਅ ਰੀਅਲਟਰ ਯੈਸ ਮਨੀ ਇਜ਼ ਗੁੱਡ, ਬਟ ਇੱਦਾਂ ਦੇ ਪੈਸੇ ਮਜ਼ਾ ਨਹੀਂ ਆਉਂਦਾ ਜੀ। ਸੋ ਆਓ ਫਿਰ ਇੱਕ ਖੂਬਸੂਰਤ ਗੀਤ ਦਾ ਟਾਈਮ, ਉਸ ਤੋਂ ਬਾਅਦ ਬ੍ਰੇਕ, ਫਿਰ ਤੁਹਾਡੇ ਨਾਲ 1 ਮਿੰਟ ਨੋ ਇੰਗਲਿਸ਼ ਵੀ ਖੇਡਾਂਗੇ ਜੀ। ਵੈਜੀ ਲਵਰਸ ਵੱਲੋਂ ਅੱਜ ਦਾ ਪ੍ਰੋਗਰਾਮ ਸਪਾਂਸਰ ਕੀਤਾ ਜਾ ਰਿਹਾ ਹੈ ਜੀ। ਸ਼ੁੱਧ ਵੈਜੀਟੇਰੀਅਨ ਪੀਜ਼ਾ ਤੁਸੀਂ ਖਾਣਾ ਚਾਹੁੰਦੇ ਹੋ ਜੀ? ਵਨ ਆਈ ਮੀਨ ਸ਼ੁੱਧ ਵੈਜੀਟੇਰੀਅਨ, ਆਈ ਮੀਨ ਜਿੰਨੇ ਵੀ ਸਾਡੇ ਅੰਮ੍ਰਿਤਧਾਰੀ ਲੋਕ ਵੀਰ ਨੇ, ਭੈਣਾਂ ਨੇ, ਤੁਸੀਂ ਸ਼ੁੱਧ ਪੀਜ਼ਾ ਖਾਣਾ ਚਾਹੁੰਦੇ ਹੋ ਬਿਨਾਂ ਐਗ ਤੋਂ, ਤਾਂ ਵੈਜੀ ਲਵਰਸ ਤੋਂ ਤੁਸੀਂ ਮੰਗਾ ਸਕਦੇ ਹੋ। 50 ਸਨੀਵੇਲ ਗੇਟ, ਬੋਵੇਡ ਅਤੇ 에ਅਰਪੋਰਟ ਤੇ 9057898899 9057898899 12,000 ਸਕੁਆਇਰ ਫੀਟ ਦੇ ਵਿੱਚ ਆਲੀਸ਼ਾਨ ਗਰੋਸਰੀ ਸਟੋਰ ਇਨ ਕੈਂਬਰਿਜ, ਦੈਟ ਇਜ਼ ਦੇਸੀ ਫੂਡ ਮਾਰਟ। ਬਹੁਤ ਹੀ ਖੂਬਸੂਰਤ ਗਰੋਸਰੀ ਉੱਥੇ ਮਿਲਦੀ ਹੈ ਜੀ। ਮੀਨਿੰਗ ਖੂਬਸੂਰਤ ਮੀਨਿੰਗ ਡਿਸਪਲੇ ਬਹੁਤ ਵਧੀਆ ਕੀਤਾ ਗਿਆ ਹੈ। ਇੱਕ ਸਾਈਡ ਤੇ ਮੀਟ ਦਾ ਪਾਰਲਰ ਹੈ, ਚਿਕਨ ਦਾ ਸੈਪਰੇਟ ਉਹਨਾਂ ਨੇ ਬਣਾਇਆ ਹੈ, ਆਈਸਕ੍ਰੀਮ ਪਾਰਲਰਸ ਔਨ ਦਾ ਵਨ ਸਾਈਡ, ਜੂਸ ਬਾਰਸ ਔਨ ਦੀ ਅਦਰ ਸਾਈਡ, ਐਂਡ ਬਹੁਤ ਹੀ ਸਟ੍ਰੈਟੇਜਿਕ ਨਾਲ ਤੁਸੀਂ ਦੇਸੀ ਫੂਡ ਮਾਰਟ ਜੋ ਕਿ 376 ਹੈਸਪਲਰ ਰੋਡ ਇਨ ਕੈਂਬਰਿਜ। ਵਧੇਰੇ ਜਾਣਕਾਰੀ ਲਈ 6473255786। ਇਸ ਆਉਣ ਵਾਲੇ ਐਂਡ ਆਫ ਦਾ ਮੰਥ ਚਸਕਾ ਚਾਟੀ ਅਚਾਰ ਵੱਲੋਂ ਤੁਸੀਂ ਇੱਕ ਲੱਕੀ ਡਰਾ ਇਹਨਾਂ ਵੱਲੋਂ ਪੇਸ਼ ਕੀਤਾ ਜਾ ਰਿਹਾ ਹੈ। ਵੈਜ ਨਾਨ ਵੈਜ ਅਚਾਰ ਲੈਣਾ ਚਾਹੁੰਦੇ ਹੋ, ਚਸਕਾ ਚਾਟੀ ਅਚਾਰ, ਕਾਲ ਕਰ ਸਕਦੇ ਹੋ ਜੀ 6478325109। ਐਂਡ ਟਰੱਕ ਦੀ ਰਿਪੇਅਰ ਤੇ ਵਾਸ਼ ਵਾਸਤੇ ਤੁਸੀਂ ਗਿੱਲ ਬ੍ਰਦਰਸ ਨੂੰ ਕਾਲ ਕਰ ਸਕਦੇ ਹੋ। ਗਿੱਲ ਟਰੱਕ ਟ੍ਰੇਲਰ ਰਿਪੇਅਰ ਮੋਬਾਈਲ ਸਰਵਿਸ, ਨੰਬਰ ਟੂ ਕਾਲ ਇਜ਼ 9054583455। ਆਓ ਫਿਰ ਇੱਕ ਖੂਬਸੂਰਤ ਗੀਤ ਦੀ ਸਾਨੂੰ ਰਿਕੁਐਸਟ ਆਈ ਹੈ ਜੀ, ਜਿਹੜੇ ਸਾਡੇ ਬਾਈ ਜੀ ਛੜੇ ਨੇ ਉਹਨਾਂ ਵਾਸਤੇ ਪਰਮੀਸ਼ ਵਰਮਾ ਕੀ ਕਹਿ ਰਿਹਾ ਜੀ। ਆਓ ਫਿਰ ਸੁਣਦੇ ਹਾਂ, ਉਸ ਤੋਂ ਬਾਅਦ ਫਿਰ ਤੁਹਾਡੇ ਨਾਲ 1 ਮਿੰਟ ਨੋ ਇੰਗਲਿਸ਼ ਵੀ ਖੇਡਾਂਗੇ। ਤੁਸੀਂ ਸੁਣਦੇ ਤੇ ਦੇਖਦੇ ਜਾ ਰਹੇ ਹੋ ਪ੍ਰੋਗਰਾਮ ਤੁਹਾਡਾ ਮਨਪਸੰਦ ਏਸ਼ੀਅਨ ਵਿਜ਼ਨ। ਮੈਂ ਹਾਂ ਤੁਹਾਡਾ ਦੋਸਤ ਅਤੇ ਹੋਸਟ ਅਰਸ਼ ਚਾਵਲਾ। ਸਟੂਡੀਓ ਦਾ ਨੰਬਰ 9058131320। IPTV ਵਾਸਤੇ ਜੋ ਕਿ 5500 ਚੈਨਲਸ ਪਲੱਸ HD 4K ਤੁਸੀਂ ਲੈਣਾ ਚਾਹੁੰਦੇ ਹੋ ਜੀ, ਕਾਲ ਕਰ ਸਕਦੇ ਹੋ 6475545859। ਕਈ ਲੋਕ ਫ੍ਰੀ ਮੰਥ 3-4 ਮਹੀਨੇ ਫ੍ਰੀ ਵੀ ਦੇ ਰਹੇ ਨੇ, ਉਹਨੂੰ ਐਡ ਵੀ ਕਰ ਲਓਗੇ ਨਾ ਤਾਂ ਵੀ ਸਾਡਾ ਰੇਟ ਨਹੀਂ ਬੀਟ ਕਰ ਪਾਓਗੇ, ਗਾਰੰਟੀ।
4K HD boxes 647-554-5859 647-554-5859 again 647-554-5859 ਤੇ IPTV box ਤੁਸੀਂ ਲੈ ਸਕਦੇ ਹੋ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।